ਜਿਹੜੇ ਬੇਸਹਾਰਾ ਲੋਕ ਨੇ ਜਾਂ ਜਿਹੜੇ ਹੈਂਡੀਕੈਪ ਨੇ, ਜਿਹੜੇ ਆਪਣਾ ਨਾ ਉਹਨਾਂ ਕੋਲ ਕੋਈ ਇਨਕਮ ਦਾ ਸੋਰਸ ਹੈ, ਨਾ ਉਹ ਹੱਥੀਂ ਕੰਮ ਕਰ ਸਕਦੇ ਨੇ ਸੀਧੀ ਤੌਰ 'ਤੇ ਉਹ ਸਾਡੇ ਪਾਸ ਅਪਰੋਚ ਕਰਨ ਜਾਂ ਸਾਡੇ ਪਾਸ ਪਹੁੰਚ ਕਰਨ। ਬਾਪੂ ਕਿੰਨੀ ਉਮਰ ਹੋ ਗਈ? ਉਮਰ ਤਾਂ ਹੋਣੀ 70 75 ਸਾਲ। 70 75 ਸਾਲ। ਕੋਈ ਲਾਈਟ ਦਾ ਪ੍ਰਬੰਧ ਵੀ ਨਹੀਂ? ਸਰਕਾਰ ਵੱਲੋਂ ਕੋਈ ਮਦਦ? ਤੇ ਬਾਪੂ ਜੀ ਬੜੀ ਇਹ ਤੁਸੀਂ ਇੱਥੇ ਹੀ ਇਸੇ ਹੀ ਕਮਰੇ ਵਿੱਚ ਰਹਿੰਦੇ ਆ ਜੀ? ਹਾਂਜੀ। ਅੱਛਾ ਜੀ। ਇਹ ਕਹਿ ਲਓ ਕਿ 50% ਨਵਾਂ ਸ਼ਹਿਰ ਦੇ ਹਨ ਠੀਕ ਹੈ। ਤੇ ਬਾਕੀ ਜੋ 50% ਹੈ ਉਹ ਪਿੰਡ ਨਵੇਂ ਸ਼ਹਿਰ ਦੇ ਨਾਲ ਜੁੜਿਆ ਹੋਇਆ ਮਹਿੰਦੀਪੁਰ ਹੈਗਾ, ਜਾਫਰਪੁਰ ਔਰ ਕਰਿਆਮ, ਭੰਗਲਾਂ ਬੜੀਆਂ, ਲੰਗੜੋਆ ਪਿੰਡ, ਖਟੜ ਕਲਾਂ। ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ। ਤੇ ਅੱਜ ਤੁਹਾਨੂੰ ਲੈ ਕੇ ਆਏ ਹਾਂ ਜੀ ਨਵਾਂ ਸ਼ਹਿਰ। ਦਰਅਸਲ ਨਵਾਂ ਸ਼ਹਿਰ ਆਉਣ ਦਾ ਅੱਜ ਇੱਕ ਮੁੱਖ ਕਾਰਨ ਇਹ ਸੀ ਕਿ ਸਾਡੇ ਕੁਝ ਬਜ਼ੁਰਗਾਂ ਵੱਲੋਂ ਜਿਹੜੇ ਵੱਖ-ਵੱਖ ਮਹਿਕਮਿਆਂ ਵਿੱਚੋਂ ਰਿਟਾਇਰਡ ਆ, ਉਹਨਾਂ ਨੇ ਇੱਕ ਸੇਵਾ ਸ਼ੁਰੂ ਕੀਤੀ ਆ, ਗੁਰੂ ਕੀ ਰਸੋਈ। ਇਹ ਗੁਰੂ ਕੀ ਰਸੋਈ ਕਿਵੇਂ ਸੇਵਾ ਕਰਦੀ ਆ, ਇਹਦੇ ਬਾਰੇ ਸਾਰੀ ਗੱਲਬਾਤ ਕਰਾਂਗੇ ਜੀ ਅੱਜ ਗੁਰੂ ਕੀ ਰਸੋਈ ਦੇ ਮੁੱਖ ਸੇਵਾਦਾਰ ਜੀ ਦੇ ਨਾਲ ਤੇ ਉਹਨਾਂ ਦੇ ਸਾਥੀਆਂ ਦੇ ਨਾਲ। ਤੇ ਇੱਥੇ ਮੈਂ ਮਾੜਾ ਜਿਹਾ ਦੱਸਦਾ ਕਿ ਇਹਨਾਂ ਨੇ ਜਿਹੜੀ ਸੇਵਾ ਸਟਾਰਟ ਕੀਤੀ ਆ, ਇਹ ਨਵਾਂ ਸ਼ਹਿਰ ਦੇ ਨਾਲ ਜਿੰਨੇ ਵੀ ਪਿੰਡ ਆ ਉੱਥੇ ਉਹਨਾਂ ਪਿੰਡਾਂ ਦੇ ਵਿੱਚ ਇਹ ਟਿਫਨ ਪਹੁੰਚਾਉਂਦੇ ਆ। ਮਤਲਬ ਇੱਥੇ ਲੰਗਰ ਤਿਆਰ ਕਰਕੇ 2 ਟਾਈਮ ਦਾ ਲੰਗਰ ਉਹਨਾਂ ਦੇ ਘਰ ਤੱਕ ਪਹੁੰਚਾਉਂਦੇ ਆ, ਜਿਹੜੇ ਬਜ਼ੁਰਗ 60 65 70 ਸਾਲ ਤੋਂ ਉੱਪਰ ਦੀ ਉਮਰ ਵਾਲੇ ਆ ਤੇ ਜਿਨ੍ਹਾਂ ਦੇ ਕੋਲ ਫਾਈਨੈਂਸ਼ੀਅਲ ਜਿਹੜੇ ਹਾਲਾਤ ਜਿਨ੍ਹਾਂ ਦੇ ਠੀਕ ਨਹੀਂ ਹੈਗੇ, ਜਾਂ ਫਿਰ ਜਿਹੜੇ ਆਪਣੇ ਘਰ ਦੇ ਵਿੱਚ ਤੁਰ ਫਿਰ ਨਹੀਂ ਸਕਦੇ, ਜਾਂ ਫਿਰ ਜਿਹੜੇ ਆਪ ਖਾਣਾ ਨਹੀਂ ਬਣਾ ਸਕਦੇ, ਜਿਹੜੇ ਗਰੀਬ ਆ ਉਹਨਾਂ ਨੂੰ ਇਹ ਮਤਲਬ ਲੰਗਰ 2 ਟਾਈਮ ਦਾ ਉਹਨਾਂ ਦੇ ਘਰ ਤੱਕ ਪਹੁੰਚਾਉਂਦੇ ਆ। ਤੇ ਇਹ ਇੱਕ ਵਧੀਆ ਕਾਰਜ ਆ ਕਿਉਂਕਿ ਬਹੁਤ ਬਜ਼ੁਰਗ ਇੱਦਾਂ ਦੇ ਆ, ਤੁਸੀਂ ਵੀਡੀਓ ਦੇ ਵਿੱਚ ਦੇਖੋਗੇ ਵੀ, ਜਿਨ੍ਹਾਂ ਦੇ ਕੋਲ ਮਤਲਬ ਕੋਈ ਸਾਧਨ ਨਹੀਂ ਹੈਗਾ ਔਰ 2 ਟਾਈਮ ਦੀ ਰੋਟੀ ਖਾਣ ਦਾ ਵੀ, ਤੇ ਇਹ ਘਰ ਘਰ ਜਾ ਕੇ ਲੰਗਰ ਤਿਆਰ ਕਰਕੇ ਉੱਥੇ ਟਿਫਨ ਭੇਜਦੇ ਆ। ਵਾਹਿਗੁਰੂ ਜੀ ਇੱਕ ਓੰਕਾਰ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਹਿਗੁਰੂ ਜੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਭਗਵਤੀ ਜੀ ਲਿਖਿਆ। ਗੁਰੂ ਨਾਨਕ ਲਈ ਧਿਆਏ ਸੰਗਤ ਗੁਰ ਤੇ ਅਰਦਾਸ ਰਾਮਦਾਸ ਸਾਹਿਬ ਹੋਈ ਸਹਾਇ। ਉਚਿਤ ਹਰਗੋਬਿੰਦ ਨਾਮ ਸਿਮਰਨ, ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿੱਥੇ ਸਭ ਸਜਾਏ। ਤੇਗ ਬਹਾਦਰ ਸਿਮਰਨ ਘਰ ਨੌ ਨਿਧ ਆਵੈ ਧਾਏ, ਸਭ ਸਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਦਾੜੀਆਂ ਮੁਕਤਿਆਂ, ਹੱਥੀਆਂ ਜੱਪੀਆਂ ਟੱਪੀਆਂ, ਜਿਨ੍ਹਾਂ ਨੇ ਨਾਮ ਜਪਿਆ, ਵੰਡ ਛਕਿਆ, ਦੇਖ ਕਰਾਈ ਦੇਗ ਵਾਹੀ, ਦੇ ਕੇ ਅੰਡਿਤ ਕੀਤਾ ਧਰਮ ਹੇਤ, ਸੀਸ ਦਿੱਤੇ ਬੰਦ ਕਟਵਾਏ, ਪੁੱਤਰੀਆਂ ਲੁਹਾਈਆਂ ਚੱਕਰੀਆਂ ਤੇ ਚੜੇ, ਆਰਿਆਂ ਦੇ ਨਾਲ ਤਨ ਚਰਵਾਏ ਗਏ, ਗੁਰਦੁਆਰਿਆਂ ਦੀ ਸੇਵਾ ਦੇ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਬਿਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤੇ ਆਵੈ, ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੈ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹ ਤਹ ਰਖਿਆ ਰਿਆਇਤ, ਦੇਖ ਦੇਖ ਫਤਿਹ ਗੁਰ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਵਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮਦਾਨ, ਸ੍ਰੀ ਅੰਮ੍ਰਿਤ ਸਰ ਜੀ ਕੇ ਦਰਸ਼ਨ ਇਸ਼ਨਾਨ, ਚੌਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਾਨੀਵਾ ਮਤ ਕੀ ਮੱਦੇ ਰਾਖੇ, ਵਾਹਿਗੁਰੂ ਅਕਾਲ ਪੁਰਖ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਧਾਮਾਂ ਦੇ ਜਿਨ੍ਹਾਂ ਤੋਂ ਪੱਥਰ ਨੂੰ ਚੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀ ਦਾਰੇ, ਸੇਵਾ ਤੇ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ। ਨਿਮਾਣਿਆਂ ਦੇ ਮਾਣ ਦੇ ਤਾੜਿਆਂ ਦੇ ਤਾਜ ਰੱਖਿਆਂ ਦੀ ਧੰਨ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਹਾਰਾਜ, ਧੰਨ ਗੁਰੂ ਅੰਗਦ ਦੇਵ ਸਾਹਿਬ ਜੀਓ, ਧੰਨ ਧੰਨ ਦਸਾਂ ਪਾਤਸ਼ਾਹੀਆਂ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਦਮ ਮਤ ਪ੍ਰਭ ਅੰਤਰਜਾਮੀ, ਜਿਉਂ ਪ੍ਰੇਰਿਆ ਤਿਉਂ ਕਰਨਾ ਦੇ ਮਾਂ ਬਾਪ ਅਨੁਸਾਰ ਆਪ ਜੀ ਦੇ ਬਖਸ਼ੇ ਉਦਮ ਬਲ ਸਦਕਾ ਆਪ ਜੀ ਦੇ ਸੇਵਕ ਪਰਿਵਾਰਾਂ ਵੱਲੋਂ ਆਪ ਜੀ ਦੇ ਚਰਨਾਂ ਦਾ ਓਟ ਆਸਰਾ ਲੈ ਕਰਕੇ
ਕਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੈ ਸੇ, ਰੋਖਾ ਵੈ ਖਰਤੇ ਰਲ ਮਿਲ ਭਾਈ, ਕੋਟ ਨਾ ਆਵੇ ਵਾਧੋ ਜਾਈ ਦੇ ਵਾਹ ਵਾਕਾਂ ਅਨੁਸਾਰ। ਪਾਤਸ਼ਾਹ ਜੀ ਆਪ ਜੀ ਦੇ ਚਰਨਾਂ ਦਾ ਓਟ ਆਸਰਾ ਲੈ ਕਰਕੇ ਪਾਤਸ਼ਾਹ ਜੀਓ ਹਰ ਰੋਜ਼ ਦੀ ਤਰ੍ਹਾਂ ਪਾਤਸ਼ਾਹ ਜੀਓ ਆਪ ਜੀ ਦੇ ਚਰਨਾਂ ਦਾ ਓਟ ਆਸਰਾ ਲੈ ਕਰਕੇ ਲੋੜਵੰਦ ਪਰਿਵਾਰਾਂ ਨੂੰ ਸਤਿਗੁਰੂ ਪਾਤਸ਼ਾਹ ਜੀਓ ਗੁਰੂ ਕੇ ਲੰਗਰ ਮੁਹੱਈਆ ਕਰਵਾਉਣ ਵਾਸਤੇ ਆਪ ਜੀ ਦੇ ਚਰਨਾਂ ਦਾ ਓਟ ਆਸਰਾ ਲੈ ਕਰਕੇ ਲੰਗਰ ਤਿਆਰ ਕਰਕੇ ਆਪ ਜੀ ਦੇ ਦਰ ਹਾਜ਼ਰ ਕੀਤੇ ਹਨ। ਦਰ ਪ੍ਰਵਾਨ ਕਰੋ ਜੀ। ਪ੍ਰਵਾਨ ਹੋਇਆ ਲੰਗਰ ਭੰਡਾਰਾ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਕਿਰਪਾ ਕਰਨੀ ਸਤਿਗੁਰੂ ਜੀਓ। ਜਿਨ੍ਹਾਂ ਖਜ਼ਾਨਿਆਂ ਭੰਡਾਰਿਆਂ ਵਿੱਚੋਂ ਆਪ ਜੀ ਦੇ ਸੇਵਕਾਂ ਨੇ ਸੇਵਾ ਕੀਤੀ ਹੈ, ਖਜ਼ਾਨੇ ਭੰਡਾਰੇ ਭਰਪੂਰ ਕਰਨੇ। ਸੰਗਤ ਦੀ ਕੀਤੀ ਹੋਈ ਤਨ ਮਨ ਧਨ ਦੇ ਨਾਲ ਸੇਵਾ ਥਾਏ ਪਾਉਣੀ। ਇਸੇ ਹੀ ਤਰ੍ਹਾਂ ਉੱਦਮ ਬਲ ਬਖਸ਼ ਕੇ ਤੰਦਰੁਸਤੀਆਂ ਦੀ ਦਾਤ ਬਖਸ਼ ਕੇ ਆਪ ਜੀ ਨੇ ਸੇਵਾ ਕਰਦੇ ਉੱਦਮ ਬਲ ਬਖਸ਼ਨੇ। ਸੇਵਕਾਂ ਦੇ ਖਜ਼ਾਨੇ ਭੰਡਾਰੇ ਭਰੇ ਰੱਖਣੇ। ਦੇਸ਼ ਵਿਦੇਸ਼ਾਂ ਵਿੱਚ ਚੜ੍ਹਦੀ ਕਲਾ ਬਖਸ਼ਣੀ। ਚੱਲ ਰਿਹਾ ਭਿਆਨਕ ਸਮੇਂ ਤੋਂ ਸਰਬ ਜੀਆਂ ਨੂੰ ਬਚਾ ਕੇ ਰੱਖਣਾ, ਸੰਗ ਸਹਾਈ ਹੋਣਾ। ਕਿਰਪਾ ਕਰੋ ਜੀ। ਇਸ ਵੇਲੇ ਪ੍ਰਵਾਨ ਹੋਇਆ ਲੰਗਰ ਭੰਡਾਰਾ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਸਹੀ ਪਿਆਰੇ ਗੁਰਮੁਖ ਵੇਦੋ ਜਿਹਨਾਂ ਮਿਲਿਆ ਉਹਦਾ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਇਸ ਟਾਈਮ ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਹੋ ਜੀ ਉਹ ਸ਼ਖਸ ਆ, ਉਹ ਸ਼ਖਸੀਅਤਾਂ ਸਾਡੇ ਨਾਲ ਖੜੀਆਂ ਜਿਨ੍ਹਾਂ ਨੇ ਇਹ ਨਵਾਂ ਸ਼ਹਿਰ ਦੇ ਵਿੱਚ ਇੱਕ ਨਿਸ਼ਕਾਮ ਟਿਫਨ ਸੇਵਾ ਸ਼ੁਰੂ ਕੀਤੀ ਹੈ। ਤੇ ਆਓ ਤੁਹਾਨੂੰ ਇਹਨਾਂ ਸਾਰਿਆਂ ਦੇ ਰੂਬਰੂ ਕਰਦੇ ਹਾਂ। ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸਭ ਤੋਂ ਪਹਿਲਾਂ ਤਾਂ ਜੀ ਮੈਂ ਬੇਨਤੀ ਕਰੂੰਗਾ ਕਿ ਆਪਣੇ ਆਪਣੇ ਨਾਮ ਦੱਸ ਦਿਓ। ਠੀਕ ਹੈ। ਮਾਈ ਸੈਲਫ ਸੁਰਜੀਤ ਸਿੰਘ ਫਰੋਮ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ। ਠੀਕ ਹੈ ਜੀ। ਜਿਹੜੀ ਸੰਸਥਾ ਹੁਣ ਬਣੀ ਹੈ ਨਿਸ਼ਕਾਮ ਸੇਵਾ ਸੁਸਾਇਟੀ, ਇਹਨਾਂ ਦੇ ਸਹਿਯੋਗੀ। ਠੀਕ ਹੈ ਜੀ। ਤੇ ਆਪਣਾ ਕੀ ਨਾਮ ਮੇਰਾ ਹੈ? ਨਾਮ ਜੀ ਅਮਰੀਕ ਸਿੰਘ ਹੈ। ਮੈਂ ਇਸ ਗੁਰੂ ਕੀ ਰਸੋਈ ਨਿਸ਼ਕਾਮ ਟਿਫਨ ਸੇਵਾ ਦਾ ਮੁੱਖ ਸੇਵਾਦਾਰ ਦੀ ਜ਼ਿੰਮੇਵਾਰੀ ਨਿਭਾ ਰਿਹਾ ਹਾਂ। ਠੀਕ ਹੈ ਜੀ। ਤੇ ਆਪਣਾ ਜੀ ਕੀ ਨਾਮ ਹੈ ਜੀ? ਜਸਪਾਲ ਸਿੰਘ ਹੈ ਜੀ। ਜਸਪਾਲ ਸਿੰਘ ਜੀ। ਤੇ ਤੁਸੀਂ ਕੀ ਕਾਰੋਬਾਰ ਕਰਦੇ ਆ ਜੀ? ਮੈਂ ਤਾਂ ਰਿਟਾਇਰ ਹੋ ਗਿਆ ਜੀ, ਐਕਸਪੋਰਟ 'ਚ ਕੰਮ ਕਰਦਾ ਸੀ। ਅੱਛਾ ਜੀ। ਸੇਵਾ ਕਰੀ ਦਿੱਲੀ ਗੁਰਦੁਆਰਾ ਸੇਵਾ ਕਰਦਾ ਲੰਗਰ ਬਣਾਉਣ ਦੀ। ਤੇ ਇੱਕ ਚੀਜ਼ ਸਾਰਿਆਂ ਤੋਂ ਪਹਿਲਾਂ ਜਿਹੜੀ ਲੰਗਰ ਬਣਾਉਣ ਦੀ ਸੇਵਾ ਕਰੀਏ। ਇੱਕ ਚੀਜ਼ ਜਿਹੜੀ ਸਾਰਿਆਂ ਤੋਂ ਪਹਿਲਾਂ ਜੋ ਕਹਿੰਦੇ। ਠੀਕ ਹੈ ਜੀ। ਇੱਕ ਚੀਜ਼ ਜਿਹੜੀ ਸਾਰਿਆਂ ਤੋਂ ਪਹਿਲਾਂ ਮੈਂ ਪੁੱਛਣੀ ਆ, ਜ਼ਿਆਦਾਤਰ ਜਦੋਂ ਮਤਲਬ ਜਿਹੜੇ ਮਤਲਬ ਸਾਡੇ ਓਲਡ ਏਜ ਸਾਡੇ ਬਜ਼ੁਰਗ ਆ ਜਦੋਂ ਰਿਟਾਇਰ ਹੋ ਜਾਂਦੇ ਆ ਤਾਂ ਨਿਆਣੇ ਤਾਂ ਕਹਿੰਦੇ ਹੁੰਦੇ ਵੀ ਬਾਪੂ ਹੁਣ ਤਾਂ ਕੋਈ ਕੰਮ ਨਹੀਂ ਕਰਨਾ, ਵੀ ਤੂੰ ਘਰ ਬੈਠ ਜਾ, ਤੈਂ ਹੁਣ ਕੋਈ ਕੰਮ ਨਹੀਂ ਕਰਨਾ। ਤੇ ਤੁਸੀਂ ਆਪਣੀ ਰਿਟਾਇਰਮੈਂਟ ਤੋਂ ਬਾਅਦ ਵੀ ਮਤਲਬ ਤੁਸੀਂ ਜਿੱਦਾਂ ਤੁਸੀਂ ਦੱਸਿਆ ਵੀ ਗੁਰੂ ਨਾਨਕ ਮਿਸ਼ਨ ਸੁਸਾਇਟੀ ਚਲਾ ਰਹੇ ਆ ਨਾ, ਤੇ ਮਤਲਬ ਤੁਸੀਂ ਇੱਕ ਇਹ ਨਿਸ਼ਕਾਮ ਸੇਵਾ ਸ਼ੁਰੂ ਕੀਤੀ ਆ, ਤੇ ਇਹ ਤੁਹਾਡੇ ਦਿਮਾਗ 'ਚ ਕਿੱਦਾਂ ਆਇਆ ਵੀ ਇਹ ਸੇਵਾ ਦੀ ਲੋੜ ਆ? ਮੈਂ ਆਰਮੀ ਚੋਂ ਰਿਟਾਇਰ ਹਾਂ ਜੀ, ਸੂਬੇਦਾਰ ਤੋਂ। 2014 ਦੇ ਵਿੱਚ ਫ੍ਰੀ ਹੋਇਆ ਸੀ। ਇੱਕ ਮਨ 'ਚ ਇੱਕ ਇੱਛਾ ਸੀ ਕਿ ਅਗਲੀ ਜ਼ਿੰਦਗੀ ਮਨੁੱਖਤਾ ਦੀ ਸੇਵਾ ਲਈ ਅੱਜ ਵਿਚਾਰ ਹੀ ਕਰ ਰਿਹਾ ਸੀ। ਤੇ ਵਾਹਿਗੁਰੂ ਨੇ ਕਿਰਪਾ ਕੀਤੀ ਆ ਕਿ 1-2 ਮਹੀਨੇ ਬਾਅਦ ਹੀ ਮੈਨੂੰ ਜੋ ਕਿ ਕੈਨੇਡਾ ਦੇ ਵਿੱਚ ਸਾਡੇ ਸਰਦਾਰ ਗੁਰਜਿੰਦਰ ਸਿੰਘ ਹੁਣੀ ਆ, ਉਹਨਾਂ ਨੇ ਫੋਨ ਕੀਤਾ ਕਿ ਅਸੀਂ ਜੋ ਪੰਜਾਬੀ ਲੋਕਾਂ ਦੀ, ਗਰੀਬ ਲੋਕਾਂ ਦੀ, ਲੋੜਵੰਦ ਲੋਕਾਂ ਦੀ ਮਦਦ ਕਰਨਾ ਚਾਹੁੰਦੇ ਆ। ਸਾਨੂੰ ਕੋਈ ਪਿੰਡ ਦੇ ਵਿੱਚ ਇਹੋ ਜਿਹਾ ਜ਼ਿੰਮੇਵਾਰ ਨਿਭਾ ਸਕੇ, ਉਸ ਦੀ ਲੋੜ ਹੈ ਕਿ ਤੁਸੀਂ ਹੁਣ ਰਿਟਾਇਰਮੈਂਟ ਤੇ ਫ੍ਰੀ ਹੋ ਗਏ ਹੋ, ਤੁਸੀਂ ਇਹ ਸੇਵਾ ਨਿਭਾ ਸਕਦੇ ਹੋ। ਬਾਕੀ ਫਾਈਨੈਂਸ਼ੀਅਲ ਅਸੀਂ ਤੁਹਾਡੀ ਮਦਦ ਕਰਾਂਗੇ, ਪਰ ਅੱਗੇ ਉਸ ਨੂੰ ਸਹੀ ਜਗ੍ਹਾ ਤੇ ਲਾਉਣਾ, ਉਹ ਸੇਵਾ ਤੁਸੀਂ। ਫਿਰ ਮੈਂ ਐਕਸੈਪਟ ਕਰ ਲਿਆ ਉਹਨਾਂ ਦੇ ਕਹਿਣ ਤੇ, ਪਿੰਡ ਵਾਸੀਆਂ ਦੇ। ਤਕਰੀਬਨ ਮਨੁੱਖਤਾ ਦੀ ਸੇਵਾ ਦੇ ਕਾਰਜ ਸਰਦਾਰ ਗੁਰਜਿੰਦਰ ਸਿੰਘ ਤੋਂ ਪਿਛਲੇ 4 ਸਾਲ ਤੋਂ ਚਲਾਏ ਜਾ ਰਹੇ ਹਨ। ਉਹਨਾਂ ਦੇ ਹੀ ਅੰਤਰਗਤ ਇਹ ਹੈਗੀ ਆ ਜੋ ਨਿਸ਼ਕਾਮ ਰਸੋਈ ਟਿਫਨ ਸੇਵਾ ਆ। ਇਹ 20 ਦਿਨ ਪਹਿਲਾਂ ਜੋ ਕਿ 1 ਨੰਬਰ ਰਸੋਈ ਪਿੰਡ ਚੇਲਾ ਤੋਂ ਸ਼ੁਰੂ ਕੀਤੀ ਸੀ। ਪਿੰਡ ਚੇਲਾ, ਜ਼ਿਲ੍ਹਾ ਹੁਸ਼ਿਆਰਪੁਰ। ਜ਼ਿਲ੍ਹਾ ਹੁਸ਼ਿਆਰਪੁਰ, ਪਿੰਡ ਚੇਲਾ ਤੋਂ। ਹਾਂਜੀ। ਉਹ ਮੇਰਾ ਨਗਰ ਹੈਗਾ ਪਿੰਡ ਚੇਲਾ, ਪਰ ਰਹਿائش ਮੇਰੀ ਨਵਾਂ ਸ਼ਹਿਰ ਦੇ ਵਿੱਚ ਆ। ਠੀਕ ਆ ਜੀ। ਉਹ ਚੇਲੇ ਪਿੰਡ ਦੀ ਜੋ ਕਿ ਉਹ ਵੀ ਸੇਵਾ ਦਾਸ ਕੋਲੇ ਹੀ ਆ। ਠੀਕ ਆ ਜੀ। ਉਸ ਦੀ ਸਫਲਤਾ ਤੋਂ ਬਾਅਦ ਸਰਦਾਰ ਗੁਰਜਿੰਦਰ ਸਿੰਘ ਹੁਣਾਂ ਦਾ ਵਿਚਾਰ ਹੋਇਆ ਕਿ ਇਸ ਨੂੰ ਹੋਰ ਏਰੀਆ ਜੋ ਕਿ ਡਿਸਟੈਂਸ ਵਧਾਈਏ, ਤਾਂ ਕਿ ਹੋਰ ਅਸੀਂ ਕਵਰ ਕਰੀਏ, ਜਿਹੜੇ ਲੋੜਵੰਦ ਬਜ਼ੁਰਗ ਗਰੀਬ ਹੈਗੇ ਆ ਉਹਨਾਂ ਦੀ ਮਦਦ ਕਰੀਏ। ਤੇ ਉਹਨਾਂ ਦੀ ਵਿਚਾਰ ਤੇ ਅਸੀਂ ਇਸ ਨੂੰ 2 ਨੰਬਰ ਰਸੋਈ ਜੋ ਕਿ ਪਿਛਲੀ ਇਸੇ 28 ਤਰੀਕ ਤੋਂ ਆਰੰਭ ਹੋਈ ਆ,
ਤੇ ਇਹ ਆਰੰਭ ਹੋ ਗਈ ਆ। ਇਹ ਚੇਲੇ ਪਿੰਡ ਦੀ ਕਿਆ ਨਾਮ ਹੈ ਰਸੋਈ ਤੋਂ ਵੀ ਵੱਧ ਚੜ ਕੇ ਲੋਕ ਕਾਓਪਰੇਸ਼ਨ ਕਰ ਰਹੇ ਨਵੇਂ ਸ਼ਹਿਰ ਦੇ। ਇਹ ਲੱਗਦਾ ਕਿ ਪਿੰਡ ਚੇਲੇ ਦੀ ਰਸੋਈ ਤੋਂ ਵੀ ਇਹ ਕਾਮਯਾਬ ਹੋਰ ਲੋਕਾਂ ਦੇ ਸਹਿਯੋਗ ਨਾਲ ਵੱਧ ਫੁੱਲ ਰਹੀ ਆ ਤੇ ਚੰਗਾ ਲੱਗ ਰਿਹਾ ਤੇ ਸੇਵਾ ਵਾਹਿਗੁਰੂ ਆਪ ਕਰਵਾ ਰਿਹਾ। ਠੀਕ ਹੈ ਜੀ। ਤੇ ਅੰਕਲ ਜੀ ਇੱਕ ਚੀਜ਼ ਤੁਸੀਂ ਦੱਸਿਓ, ਹੁਣ ਜਿੱਦਾਂ ਤੁਸੀਂ ਨਿਸ਼ਕਾਮ ਸੇਵਾ ਜਿਹੜੀ ਤੁਸੀਂ ਕਰਦੇ ਆ, ਹੁਣ ਸਭ ਤੋਂ ਪਹਿਲਾਂ ਜਿੱਦਾਂ ਹੁਣ ਮੰਨ ਲਓ ਤੁਹਾਨੂੰ ਫੋਨ ਆਉਂਦੇ ਹੋਣੇ ਆ ਕਿ ਮਤਲਬ ਬਹੁਤ ਲੋਕੀ ਫੋਨ ਕਰਦੇ ਹੋਣੇ ਆ, ਤੇ ਤੁਸੀਂ ਇਹ ਚੀਜ਼ ਵੈਰੀਫਾਈ ਕਿੱਦਾਂ ਕਰਦੇ ਆ ਕਿ ਐਕਚੁਅਲ ਦੇ ਵਿੱਚ ਇਸ ਬੰਦੇ ਨੂੰ ਲੋੜ ਆ, ਤੇ ਇਹ ਚੀਜ਼ ਕਿੱਦਾਂ ਵੈਰੀਫਾਈ ਕਰਦੇ ਆ ਕਿ ਇਹ ਬੰਦੇ ਨੂੰ ਸੱਚੀ ਟਿਫਨ ਪਹੁੰਚਾਉਣਾ ਚਾਹੀਦਾ? ਸਭ ਤੋਂ ਪਹਿਲਾਂ ਮੈਂ PB 07 ਚੈਨਲ ਵਾਲਿਆਂ ਨੂੰ ਵਧਾਈ ਦਿੰਦਾ। ਅੱਜ ਖਾਸ ਕਰਕੇ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਹੈ ਔਰ ਮੈਂ ਸਾਰੇ ਜਗਤ ਨੂੰ, ਸਾਰੇ ਸੰਸਾਰ ਨੂੰ ਔਰ ਜਿੱਥੇ ਜਿੱਥੇ ਵੀ ਕੋਈ ਗੁਰੂ ਨਾਨਕ ਨਾਮ ਨਿਵਾਸੀ ਬੈਠੇ ਨੇ ਸਾਰਿਆਂ ਨੂੰ ਅੱਜ ਦੇ ਇਸ ਦਿਨ ਦੀ ਬਹੁਤ ਬਹੁਤ ਮੁਬਾਰਕਬਾਦ ਦਿੰਦਾ, ਕਿਉਂਕਿ ਅੱਜ ਦਾ ਦਿਨ ਬਹੁਤ ਮਹਾਨ ਹੈ। ਜ਼ਿੰਦਗੀ ਦੇ ਵਿੱਚ ਕੁਛ ਇੱਦਾਂ ਦੇ ਦਿਨ ਆਉਂਦੇ ਨੇ ਜਿਹੜੇ ਕਿ ਇੱਕ ਵਾਰੀ ਦੇਖਣ ਨੂੰ ਮਿਲਦੇ ਨੇ, ਤਾਂ ਇਹ ਅੱਜ ਜੋ ਸ਼ਤਾਬਦੀ ਪੁਰਬ ਹੈ ਸਭ ਤੋਂ ਪਹਿਲਾਂ ਇਸ ਦੀ ਵਧਾਈ। ਦੂਸਰੀ ਚੀਜ਼ ਹੈ ਕਿ ਨਿਸ਼ਕਾਮ ਟਿਫਨ ਸਰਵਿਸ ਜੋ ਸਰਦਾਰ ਅਮਰੀਕ ਸਿੰਘ ਜੀ ਨੇ ਬੀੜਾ ਚੁੱਕਿਆ ਹੈ ਔਰ ਅਸੀਂ ਇਹਨਾਂ ਦਾ ਸਾਰੇ ਸਹਿਯੋਗ ਕਰ ਰਹੇ ਹਾਂ। ਇਸ ਦੇ ਵਾਸਤੇ ਸਾਡੇ ਪਾਸ ਸਾਨੂੰ ਲੱਗ ਰਿਹਾ ਸੀ ਕਿ ਵੈਰੀਫਿਕੇਸ਼ਨ ਬੜੀ ਔਖੀ ਹੈ, ਮਗਰ ਜਿਸ ਦਿਨ ਤੋਂ ਇਹ ਕੰਮ ਸ਼ੁਰੂ ਕੀਤਾ ਅਸੀਂ ਸੋਸ਼ਲ ਮੀਡੀਆ 'ਤੇ ਪਾਇਆ। ਸਾਡੇ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਮੈਂ ਗੁਰੂ ਨਾਨਕ ਮਿਸ਼ਨ ਸਾਡੀ ਸੇਵਾ ਸੁਸਾਇਟੀ ਹੈ, ਸਾਡੇ ਇੱਕ ਹੋਰ ਸੇਵਾ ਸੁਸਾਇਟੀ ਚੱਲ ਰਹੀ ਹੈ, ਸਾਰੀਆਂ ਨੇ ਆਪੋ ਆਪਣੇ ਗਰੁੱਪਾਂ 'ਚ ਪਾਇਆ ਕਿ ਇਹ ਸੇਵਾ ਸ਼ੁਰੂ ਹੋ ਰਹੀ ਹੈ। ਤੇ ਸਾਨੂੰ ਜਿਹੜੇ ਬੇਸਹਾਰਾ ਲੋਕ ਨੇ ਜਾਂ ਜਿਹੜੇ ਹੈਂਡੀਕੈਪ ਨੇ, ਜਿਹੜੇ ਆਪਣਾ ਨਾ ਉਹਨਾਂ ਕੋਲ ਕੋਈ ਇਨਕਮ ਦਾ ਸੋਰਸ ਹੈ, ਨਾ ਉਹ ਹੱਥੀਂ ਕੰਮ ਕਰ ਸਕਦੇ ਨੇ ਸਰੀਰਕ ਤੌਰ 'ਤੇ, ਤੇ ਉਹ ਸਾਡੇ ਪਾਸ ਅਪਰੋਚ ਕਰਨ ਜਾਂ ਸਾਡੇ ਪਾਸ ਪਹੁੰਚ ਕਰਨ। ਦੇਖਿਆ ਕਿ ਸੋਸ਼ਲ ਮੀਡੀਆ 'ਤੇ ਵੀ ਉਹ ਲੋਕ ਨਹੀਂ ਪੜ੍ਹਦੇ, ਆਮ ਲੋਕ ਪੜ੍ਹਦੇ ਨੇ। ਫਿਰ ਅਸੀਂ ਇੱਕ ਇਹ ਮੈਸੇਜ ਪਾਇਆ ਕਿ ਆਮ ਲੋਕ ਸਾਨੂੰ ਇਨਫੋਰਮ ਕਰਨ ਕਿ ਫਲਾਣੀ ਜਗ੍ਹਾ 'ਤੇ ਫਲਾਣੇ ਪਿੰਡ ਦੇ ਫਲਾਣਾ ਬੰਦਾ ਜੋ ਹੈ ਵਿਚਾਰਾ ਬੜਾ ਬੇਆਸਰਾ ਹੈ, ਉਸ ਕੋਲ ਕੋਈ ਸੋਰਸ ਹੈ ਨਹੀਂ ਇਨਕਮ ਦਾ, ਤੇ ਤੁਸੀਂ ਉਹਨਾਂ ਕੋਲ ਨੂੰ ਅਪਰੋਚ ਕਰੋ। ਤਾਂ ਅਸੀਂ ਕੋਸ਼ਿਸ਼ ਕੀਤੀ ਉਹਨਾਂ ਲੋਕਾਂ ਨੂੰ ਅਪਰੋਚ ਕਰਨ ਦੀ। ਕਾਫੀ ਲੋਕ ਸੀ ਜਿਹੜੇ ਕੁਝ ਕਰ ਵੀ ਸਕਦੇ ਸੀ, ਕਿਉਂਕਿ ਸਾਡੇ ਦੋ ਮੇਨ ਮਕਸਦ ਸੀ। ਇੱਕ ਤਾਂ ਫਾਈਨੈਂਸ਼ਲੀ ਉਹ ਬੰਦੇ ਕੋਲ ਕੋਈ ਸਹਾਰਾ ਨਹੀਂ ਹੋਣਾ ਚਾਹੀਦਾ ਸਿਰਫ ਉਹ, ਦੂਜਾ ਉਹਦੀ ਏਜ ਵੀ ਇੱਦਾਂ ਦੀ ਹੋਣੀ ਚਾਹੀਦੀ ਕਿ ਉਹ ਆਪਣੇ ਹੱਥੀਂ ਖਾਣਾ ਨਾ ਬਣਾ ਸਕੇ, ਕਿਉਂਕਿ ਜੇ ਅਗਰ ਕਿਸੇ ਕੋਲ ਇਨਕਮ ਦਾ ਸੋਰਸ ਹੈ ਉਹ ਤਾਂ ਸਭ ਕੁਝ ਮੈਨੇਜ ਕਰ ਸਕਦਾ। ਦੂਸਰਾ ਹੈ ਅਗਰ ਉਹਦੇ ਕੋਲ ਇਨਕਮ ਦਾ ਸੋਰਸ ਨਹੀਂ ਹੈ, ਫਿਜ਼ੀਕਲੀ ਉਹ ਕੰਮ ਕਰ ਸਕਦਾ, ਤਾਂ ਅਸੀਂ ਉਹਨੂੰ ਕੱਚਾ ਰਾਸ਼ਨ ਵੀ ਦੇ ਸਕਦੇ ਹਾਂ ਤਾਂ ਕਿ ਉਹ ਕੱਚਾ ਰਾਸ਼ਨ ਲੈ ਕੇ ਆਪ ਰੋਟੀ ਆਪ ਬਣਾ ਲੈ, ਤਾਂ ਕਿ ਉਹਨੂੰ ਟਿਫਨ ਦੀ ਲੋੜ ਨਾ ਪਏ। ਟਿਫਨ ਸਰਵਿਸ ਸਿਰਫ ਉਹਨਾਂ ਲਈ ਹੈ ਜਿਹੜੇ ਕਿ ਨਾ ਆਪਣੇ ਹੱਥੀਂ ਖਾਣਾ ਬਣਾ ਸਕਦੇ ਨੇ, ਨਾ ਉਹਨਾਂ ਦੀ ਇੰਨੀ ਕਪੈਸਿਟੀ ਹੈ ਕਿ ਉਹ ਇਹਨੂੰ ਮੈਨੇਜ ਕਰ ਸਕਦੇ ਨੇ, ਨਾ ਮੁੱਲ ਖਰੀਦ ਕੇ ਖਾ ਸਕਦੇ ਨੇ। ਇਹ ਸੇਵਾ ਉਹਨਾਂ ਲਈ ਸੀ। ਔਰ ਜਦੋਂ ਅਸੀਂ ਪਿੰਡਾਂ ਵਿੱਚ ਜਿੱਥੇ ਜਿੱਥੋਂ ਮੈਸੇਜ ਆਏ ਸੀ ਗਏ, ਇਕੱਲੇ ਇਕੱਲੇ ਨੂੰ ਵੈਰੀਫਾਈ ਕੀਤਾ ਔਰ ਬੜੀ ਸਾਨੂੰ ਹੈਰਾਨੀ ਵੀ ਹੋਈ ਕਿ ਕਈ ਬਜ਼ੁਰਗ ਇਸ ਤਰ੍ਹਾਂ ਦੇ ਨੇ, ਸ਼ਾਇਦ ਅੱਜ ਮੈਂ ਤੁਹਾਨੂੰ ਵੀ ਦਿਖਾਇਆ ਸੀ, ਅਸੀਂ ਇੱਕ ਲੋੜੋਈ ਪਿੰਡ 'ਚ ਗਏ ਸੀ। ਹਾਂਜੀ, ਉਹ ਇੱਦਾਂ ਦਾ ਮਤਲਬ ਬੰਦਾ ਸੀ, ਮੈਂ ਸਮਝਦਾ ਕਿ ਪਤਾ ਨਹੀਂ ਜ਼ਿੰਦਗੀ ਕਿਸ ਤਰ੍ਹਾਂ ਜੀ ਰਿਹਾ ਸੀਗਾ। ਸਾਨੂੰ ਬੜੀ ਖੁਸ਼ੀ ਹੋਈ ਕਿ ਇਹੋ ਜਿਹੇ ਬੰਦਿਆਂ ਦੀ ਹੈਲਪ ਕਰਨਾ ਜੋ ਸਾਡੀ ਸੁਸਾਇਟੀ ਹੈ, ਗੁਰੂ ਕੀ ਰਸੋਈ ਔਰ ਸਰਦਾਰ ਗੁਰਜਿੰਦਰ ਸਿੰਘ ਜੀ ਜੋ ਕੈਨੇਡਾ ਵਾਲੇ ਨੇ, ਜਿਨ੍ਹਾਂ ਸਾਨੂੰ ਇਸ ਪਾਸੇ ਮੋਟੀਵੇਟ ਕੀਤਾ ਹੈ। ਇੱਥੇ ਮੈਂ 1 ਮਿੰਟ ਲਈ ਤੁਹਾਨੂੰ ਰੋਕਦਾ। ਐਕਚੁਅਲੀ ਦੇਖਿਓ ਦੀ ਜਿੰਨੇ ਵੀ ਵਿਊਅਰਸ ਦੇਖਦੇ ਆ ਸਾਰਿਆਂ ਨੂੰ ਮੈਂ ਦੱਸਦਾ, ਤੁਸੀਂ ਉਹ ਇਸ ਵੀਡੀਓ ਦੇ ਵਿੱਚ ਉਹ ਲੰਗੜੋਏ ਵਾਲੇ ਬਾਪੂ ਦੇ ਘਰ ਦੇ ਹਾਲਾਤ ਤੁਸੀਂ ਦੇਖ ਹੀ ਸਕਦੇ ਹੋ। ਉਸ ਘਰ ਦੀਆਂ ਨਾ ਤਾਂ ਮੈਨੂੰ ਲੱਗਦੀ ਆ ਛੱਤਾਂ ਚੱਜ ਦੀਆਂ, ਕੱਚਾ ਘਰ ਆ, ਜਦੋਂ ਮੀਂਹ ਪੈਂਦਾ ਹੋਊਗਾ ਪਤਾ ਨਹੀਂ ਕੀ ਹਾਲਾਤ ਹੁੰਦੇ ਹੋਊਗੇ, ਨਾ ਉਸ ਘਰ ਦੇ ਵਿੱਚ ਲਾਈਟ ਆ। ਉਹ 75 ਸਾਲ ਦਾ ਬਾਪੂ ਜਿਹੜਾ ਇੱਕ ਡੰਡੇ ਦੇ ਨਾਲ ਤੁਰਦਾ, ਤੇ ਉਹ ਆਪਣੇ ਹੱਥੀਂ ਜਦੋਂ ਇਹਨਾਂ ਦੀ ਸੇਵਾ ਇਹਨਾਂ ਦੀ ਸ਼ੁਰੂ ਕੀਤੀ ਆ, ਉਸ ਤੋਂ ਪਹਿਲਾਂ ਮਤਲਬ ਉਹ ਆਪਣੇ ਹੱਥੀਂ ਕਹਿੰਦਾ ਮੈਂ ਖਾਣਾ ਬਣਾਉਂਦਾ ਸੀ, ਉਹ ਵੀ ਬਾਲਣ ਦੇ ਨਾਲ। ਚਲੋ ਗੈਸ ਤੇ ਮੈਂ ਉਹਨੂੰ ਬਾਪੂ ਨੂੰ ਪੁੱਛਦਾ ਸੀ ਆਫ ਕੈਮਰਾ, ਬਾਪੂ ਵੀ ਸਿਆਲ ਨੂੰ ਤਾਂ ਚੱਲ ਬੰਦਾ ਅੱਗ ਬਾਲ ਲੈਂਦਾ, ਵੀ ਗਰਮੀਆਂ ਨੂੰ ਤੂੰ ਕਿਹੜੇ ਹਿਸਾਬ ਨਾਲ ਤੁਸੀਂ ਖਾਣਾ ਬਣਾਉਂਦੇ ਹੋਵੋਗੇ? 75 ਸਾਲ ਦੀ ਉਮਰ ਦੇ ਵਿੱਚ ਤਾਂ ਤੁਸੀਂ ਵੀ ਮਤਲਬ ਆਪਣੇ ਹੱਥ ਜਾਲਦੇ ਹੋਵੋਗੇ। ਇਹਦੇ 'ਚ ਦੇਖੋ ਦੋ ਤਰੀਕੇ ਆ। ਇੱਕ ਤਾਂ ਮੈਨੂੰ ਲੱਗਦਾ ਕਿ ਜਿਹੜੇ ਪਿੰਡ ਦੀਆਂ ਪੰਚਾਇਤਾਂ ਆ, ਪਿੰਡਾਂ ਦੀ ਸ਼ਾਇਦ ਉਹਨਾਂ ਸਾਰਿਆਂ ਨੂੰ ਵੀ ਇੱਦਾਂ ਦਾ ਮਤਲਬ ਦੇਖਣਾ ਚਾਹੀਦਾ ਵੀ ਜੇ ਸਾਡੇ ਪਿੰਡ 'ਚ ਕੋਈ ਹੈਗਾ ਤਾਂ ਉਹਦਾ ਕੋਈ ਨਾ ਕੋਈ ਹੱਲ ਕਰਨਾ ਚਾਹੀਦਾ। ਹੁਣ ਅੱਜ ਦੇ ਟਾਈਮ 'ਚ ਸਰਕਾਰਾਂ ਵੀ ਬਹੁਤ ਸਰਕਾਰਾਂ ਨੇ ਮੇਰੇ ਖਿਆਲ ਨਾਲ ਕੱਚੇ ਘਰ ਕਹਿੰਦੇ ਪੈਸੇ ਦਿੱਤੇ ਆ ਵੀ ਜਿਨ੍ਹਾਂ ਦੇ ਬਾਲਿਆਂ ਵਾਲੀ ਛੱਤ ਆ ਉਹਨਾਂ ਦੀਆਂ ਬਦਲੀਆਂ ਜਾਣ, ਹੈ ਨਾ। ਤੇ ਪਤਾ ਨਹੀਂ ਹੁਣ ਉਹ ਬਾਪੂ ਕਹਿੰਦਾ ਸੀ ਵੀ ਮੇਰੀ ਸਾਲ ਹੋ ਗਿਆ ਮੈਨੂੰ ਪੈਨਸ਼ਨ ਨਹੀਂ ਮਿਲਦੀ, ਹੈ ਨਾ, ਤੇ ਮੇਰੀ ਪੈਨਸ਼ਨ ਨਹੀਂ ਮਿਲਦੀ। ਤਾਂ ਸਾਡੀਆਂ ਸਰਕਾਰਾਂ ਵੀ ਜਿਹੜੀਆਂ ਸੁੱਤੀਆਂ ਹੋਈਆਂ, ਕਿਉਂਕਿ ਜੇਕਰ ਪੰਜਾਬ ਦੇ ਵਿੱਚ ਜਿਹੜੀਆਂ ਸੁਸਾਇਟੀਆਂ ਬਣੀਆਂ ਹੋਈਆਂ ਜਾਂ ਫਿਰ ਜਿਹੜੇ ਨਿਸ਼ਕਾਮ ਸੇਵਾ ਇਸ ਤਰ੍ਹਾਂ ਦੀਆਂ ਕਰਦੇ ਆ, ਜਿੰਨੀਆਂ ਵੀ ਸੁਸਾਇਟੀਆਂ, ਜੇ ਇਹ ਨਾ ਹੋਣ ਤਾਂ ਪਤਾ ਨਹੀਂ ਰੱਬ ਹੀ ਜਾਣੇ ਪੰਜਾਬ ਦੇ ਕੀ ਹਾਲਾਤ ਹੋਊਗੇ। ਤੁਸੀਂ ਐਕਚੁਅਲੀ ਇੱਕ ਕੇਸ ਦੇਖਿਆ, ਸ਼ਾਇਦ ਜੇ ਸਮਾਂ ਲੱਗੇ ਤਾਂ ਤੁਹਾਨੂੰ ਸਾਰੇ, ਅਸੀਂ ਇਸ ਵੇਲੇ ਸਾਡੇ ਕੋਲ 24-25 ਕੇਸ ਨੇ ਜਿਨ੍ਹਾਂ ਨੂੰ ਅਸੀਂ ਖਾਣਾ ਦੇ ਰਹੇ ਹਾਂ। ਉਹਨਾਂ 'ਚੋਂ 20-22 ਦੇ ਕਰੀਬ ਇਸ ਤਰ੍ਹਾਂ ਦੇ ਨੇ ਜਿਹੜੇ ਕਿ ਉਹ ਜੋ ਬਾਬੇ ਦਾ ਬਜ਼ੁਰਗ ਦਾ ਆਪਾਂ ਹਾਲਤ ਦੇਖ ਕੇ ਆਏ, ਉਸ ਤੋਂ ਵੀ ਮਾੜੀ ਹਾਲਤ ਵਿੱਚ ਨੇ।
ਜਿੱਥੋਂ ਤੱਕ ਰਹੀ ਪਿੰਡਾਂ ਦੇ ਸਰਪੰਚਾਂ ਤੋਂ ਜਾਂ ਹੋਰ ਕਿਸੇ ਮੋਹਤਵਾਰ ਤੋਂ ਵੈਰੀਫਿਕੇਸ਼ਨ ਦੀ ਗੱਲ, ਉੱਥੇ ਵੀ ਅਸੀਂ ਯਕੀਨ ਨਹੀਂ ਕਰਦੇ, ਕਿਉਂਕਿ ਪੋਲੀਟਿਕਸ ਆ ਜਾਂਦੀ ਹੈ, ਧੜੇਬੰਦੀ ਆ ਜਾਂਦੀ ਹੈ। ਦੂਜਾ ਭਾਵੇਂ ਭੁੱਖਾ ਮਾਰਿਆ ਹੋਵੇ, ਜੇ ਉਹਨੂੰ ਚੰਗਾ ਨਹੀਂ, ਉਹਦਾ ਵੋਟਰ ਨਹੀਂ ਹੈ ਜਾਂ ਉਹਦਾ ਸਪੋਰਟਰ ਨਹੀਂ ਹੈ, ਤਾਂ ਉਹਦੀ ਧਿਆਨ ਨਹੀਂ ਰੱਖਦਾ। ਇਸ ਕਰਕੇ ਜਿਹੜੀ ਪਰਸਨਲ ਵੈਰੀਫਿਕੇਸ਼ਨ ਹੈ ਜਾ ਕੇ ਉਹ ਆਪਣੀ ਮਾਇਨੇ ਰੱਖਦੀ ਹੈ, ਤਾਂ ਕਿ ਪਹਿਲਾਂ ਪਤਾ ਕੀਤਾ ਜਾਏ ਕਿ ਉਹਦੀ ਜ਼ਮੀਨ ਜਾਇਦਾਦ ਤਾਂ ਨਹੀਂ ਹੈ, ਦੂਸਰਾ ਉਹਦੇ ਬੱਚੇ ਤਾਂ ਨਹੀਂ ਹੈ, ਜੇ ਹੈ ਤਾਂ ਬਾਹਰ ਰਹਿੰਦੇ ਜਾਂ ਕੀ ਚੱਕਰ ਹੈ, ਉਹ ਵੈਰੀਫਿਕੇਸ਼ਨ ਕਰਨੀ ਬਹੁਤ ਮੁਸ਼ਕਲ ਹੈ। ਪਰ ਸਾਨੂੰ ਪਰਮਾਤਮਾ ਦੀ ਕਿਰਪਾ ਨਾਲ, ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਇੱਕ ਸਿਧਾਂਤ ਦਿੱਤਾ ਸੀਗਾ ਸੇਵਾ ਦਾ। ਉਹਨਾਂ ਨੇ ਇਹ ਨਹੀਂ ਕਿ ਉਹਨਾਂ ਨੇ ਕਿਹਾ ਵੀ ਤੁਸੀਂ ਸੇਵਾ ਕਰੋ ਜਾਂ ਸੇਵਾ ਕਰਨੀ ਵਧੀਆ ਗੱਲ ਆ, ਇਹ ਤਾਂ ਸਾਰੇ ਕਹਿ ਦਿੰਦੇ ਨੇ, ਪਰ ਉਹਨਾਂ ਨੇ ਇਹ ਕੰਮ ਆਪਣੇ ਆਪ ਤੋਂ ਸ਼ੁਰੂ ਕੀਤਾ। ਸਭ ਤੋਂ ਪਹਿਲਾਂ ਜਦੋਂ ਉਹਨਾਂ ਦੇ ਪਿਤਾ ਜੀ ਨੇ 20 ਰੁਪਏ ਦਿੱਤੇ ਕਿ ਜਾ ਕੇ ਕੋਈ ਵਧੀਆ ਸੌਦਾ ਕਰਕੇ ਆਓ, ਤਾਂ ਉਹਨਾਂ ਕਿਹਾ ਵੀ ਦੁਨੀਆ ਨੂੰ ਇਹ ਚੀਜ਼ ਦਿਖਾਣੀ ਹੈ ਕਿ ਵਧੀਆ ਸੌਦਾ ਕੀ ਹੁੰਦਾ, ਔਰ ਉਹ ਵਧੀਆ ਸੌਦੇ ਲਈ ਉਹ ਚੂੜ ਖਾਣੇ ਚਲੇ ਗਏ। ਭੁੱਖੇ ਸਾਧੂ ਸੀ ਕਈ ਦਿਨਾਂ ਦੇ। ਉਹਨਾਂ ਕਿਹਾ ਵੀ ਤੁਸੀਂ ਖਾਣਾ ਖੁਣਾ, ਜਿਸ ਤਰ੍ਹਾਂ ਅਸੀਂ ਪਤਾ ਕਰਦੇ ਹਾਂ ਖਾਣਾ ਕਿੱਥੋਂ ਖਾਂਦੇ, ਉਹ ਕਹਿੰਦੇ ਸਾਡੇ ਕੋਲ ਕੋਈ ਸਾਧਨ ਨਹੀਂ। ਉਹਨਾਂ ਕਿ ਸਾਡੇ ਕੋਲ ਕੋਈ ਸਾਧਨ ਨਹੀਂ, ਉਹ ਪ੍ਰਮਾਤਮਾ ਦੇ ਆਸਰੇ ਅਸੀਂ ਬੈਠੇ ਹਾਂ। ਤਾਂ ਉਹਨਾਂ ਨੇ ਉਹ 20 ਰੁਪਏ ਖਰਚ ਕਰਕੇ ਇਸ ਮਾਰਗ ਦਿਖਾਇਆ, ਇੱਕ ਰਸਤਾ ਦਿਖਾਇਆ ਕਿ ਇਹਨਾਂ ਲੋਕਾਂ ਨੂੰ ਚੀਜ਼ਾਂ ਦੀ ਜ਼ਰੂਰਤ ਹੈ, ਔਰ ਜੋ ਸਾਡੇ ਅੱਗੋਂ ਪੈਰੋਕਾਰ ਹੋਣਗੇ ਜਾਂ ਸਾਡੇ ਕੌਮ ਹੋਏਗੀ ਜਿਹੜੀ ਅਸੀਂ ਖੜੀ ਕਰਨੀ ਜਾ ਰਹੇ ਹਾਂ, ਸਭ ਤੋਂ ਪਹਿਲਾਂ ਉਹਨਾਂ ਦਾ ਫਸਟ ਏਮ ਇਹੀ ਹੋਏਗਾ ਕਿ ਇਹਨਾਂ ਲੋਕਾਂ ਨੂੰ ਖਾਣਾ ਪਹੁੰਚਾਇਆ ਜਾਏ, ਇਹਨਾਂ ਦੀ ਸੇਵਾ ਕੀਤੀ ਜਾਏ। ਸੋ ਜੋ ਉਹਨਾਂ ਨੇ ਸ਼ੁਰੂ ਕੀਤਾ ਸੀ ਕਿ ਆਪਣੇ, ਭਾਵੇਂ ਉਹਨਾਂ ਨੂੰ ਬਾਅਦ ਬਹੁਤ ਦਿੱਕਤਾਂ ਆਈਆਂ ਜਦੋਂ ਉਹਨਾਂ ਨੇ ਸ਼ੁਰੂਆਤ ਕੀਤੀ, ਉਹਨਾਂ ਦੇ ਪਿਤਾ ਜੀ ਨਾਰਾਜ਼ ਹੋਏ, ਉਹਨਾਂ ਨੂੰ ਬਹੁਤ ਕੁਝ ਸੁਣਨਾ ਪਿਆ, ਪਰ ਉਹਨਾਂ ਨੇ ਮਾਰਗ ਛੱਡਿਆ ਨਹੀਂ। ਉਸ ਮਾਰਗ 'ਤੇ ਸਾਨੂੰ ਚੱਲਣ ਦਾ ਰਸਤਾ ਦੱਸਿਆ, ਬਲ ਬਖਸ਼ਿਆ। ਸੋ ਉਹੀ ਚੀਜ਼ ਹੈ ਕਿ ਉਹ ਜੇ ਜਾ ਕੇ ਅਗਲੇ ਦੇ ਘਰ ਖਾਣਾ ਖਵਾ ਸਕਦੇ ਸੀ, ਤਾਂ ਕਿ ਅਸੀਂ ਇਹ ਸੇਵਾ ਨਹੀਂ ਕਰ ਸਕਦੇ। ਅਸੀਂ ਨਹੀਂ ਉਹ ਬੰਦੇ ਲੱਭ ਸਕਦੇ ਕਿ ਇਹ ਭੁੱਖੇ ਨੇ, ਇਹਨਾਂ ਕੋਲ ਕੋਈ ਸੋਰਸ ਨਹੀਂ ਹੈ, ਇਹ ਅੰਗਹੀਨ ਨੇ, ਇਹਨਾਂ ਦੇ ਘਰ ਕੋਈ ਖਾਣਾ ਬਣਾਉਣ ਵਾਲਾ ਨਹੀਂ ਹੈ। ਤਾਂ ਪਰਮਾਤਮਾ ਦੀ ਕਿਰਪਾ ਦੇ ਨਾਲ ਜਿੰਨੇ ਹੁਣ ਤੱਕ ਮਿਲੇ ਬਹੁਤ ਸੀ, ਤਕਰੀਬਨ ਘੱਟੋ ਘੱਟ 60-70 ਬੰਦਿਆਂ ਨੂੰ ਵੈਰੀਫਾਈ ਕੀਤਾ ਜੀ। ਉਹਨਾਂ ਤੋਂ 25 ਜਿਹੜੇ 24-25 ਅੱਜ ਤੱਕ ਚੁਣ ਚੁੱਕੇ ਆ, ਉਹ ਵਾਕਿਆ ਹੀ ਡਿਜ਼ਰਵ ਕਰਦੇ ਨੇ। ਅਗਰ ਸਮਾਂ ਮਿਲਿਆ ਤੁਹਾਨੂੰ ਕੈਮਰੇ ਤੇ ਫਿਰ ਦਿਖਾਵਾਂਗੇ, ਤੁਸੀਂ ਉਹਨਾਂ ਦਾ ਹਾਲਤ ਦੇਖੋਗੇ ਕਿ ਵਾਕਿਆ ਹੀ ਇਸ ਸੇਵਾ ਲਈ ਡਿਜ਼ਰਵ ਕਰਦੇ ਨੇ। ਬਿਲਕੁਲ ਜੀ। ਮੈਂ ਇੱਕ ਚੀਜ਼ ਸਾਨੂੰ ਹੋਰ ਦੱਸੋ ਕਿ ਜਿੱਦਾਂ ਹੁਣ ਬੀਬੀਆਂ ਮੈਂ ਦੇਖੀਆਂ ਪ੍ਰਸ਼ਾਦੇ ਬਣਾਉਣੀਆਂ, ਇਹ ਸਾਰੇ ਜਿੱਦਾਂ ਮਤਲਬ ਤੁਹਾਡੇ ਇਹ ਤੁਸੀਂ ਤਨਖਾਹ ਤੇ ਰੱਖੇ ਹੋਏ ਆ ਜਾਂ ਕਿੱਦਾਂ, ਇਹ ਸਾਰਾ ਕੁਝ ਕਿੱਦਾਂ ਮੈਨੇਜ ਹੋ ਰਿਹਾ ਜੀ? ਇਹ ਵੋਲੰਟੀਅਰ ਹੈ ਜੀ। ਜਦੋਂ ਅਸੀਂ ਇਸ ਕਾਰਜ ਨੂੰ ਸ਼ੁਰੂ ਕੀਤਾ ਸੀ, ਸਾਨੂੰ ਵੀ ਲੱਗਦਾ ਸੀ ਕਿ ਸ਼ਾਇਦ ਇਹ ਪ੍ਰੋਬਲਮ ਆਏਗੀ, ਇੰਨਾ ਲੰਬਾ ਚੌੜਾ ਕਾਰਜ ਕਿਵੇਂ। ਪਰ ਇਹ ਹੈ ਕਿ ਆਧਾਰ ਗੁਰੂ ਸਾਹਿਬ ਦੀ ਗੁਰਬਾਣੀ ਨੂੰ ਦਰਸਾਏ ਮਾਰਗ ਤੇ ਚੱਲ ਕੇ ਅਸੀਂ ਉਹਨਾਂ ਦੀ ਸਿੱਖਿਆ ਅਨੁਸਾਰ ਸ਼ੁਰੂ ਕੀਤਾ, ਤੇ ਵਾਹਿਗੁਰੂ ਨੇ ਸਾਡੀ ਮਦਦ ਆਪ ਕੀਤੀ ਆ। ਹੁਣ ਇੰਜ ਲੱਗ ਰਿਹਾ ਕਿ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਹਰ ਕਾਰਜ ਵਿੱਚ। ਆਪਣੇ ਆਪ ਕਾਰਜ ਹੋ ਰਹੇ ਨੇ। ਜਿੰਨੇ ਵੀ ਸਾਡੇ ਇਹਦੇ 'ਚ ਪਾਰਟਿਸਿਪੇਸ਼ਨ ਹੈਗੇ ਆ, ਚਾਹੇ ਉਹ ਰਾਸ਼ਨ ਪਕਾਉਣ ਵਾਲੀਆਂ ਬੀਬੀਆਂ, ਉਹ ਵੀ ਬਿਨਾਂ ਕਿਸੇ ਡਿਮਾਂਡ ਤੋਂ, ਬਿਨਾਂ ਕਿਸੇ ਸੈਲਰੀ ਤੋਂ ਨਿਸ਼ਕਾਮ ਸੇਵਾ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ ਕਰ ਰਹੀਆਂ। ਉਹ ਜੋ ਸਪਲਾਈ ਕਰ ਰਹੇ ਆ ਮੁੰਡੇ 3-4 ਮੋਟਰਸਾਈਕਲ ਤੇ ਗੱਡੀ 'ਚ, ਉਹ ਵੀ ਬਿਲਕੁਲ ਕਿਸੇ ਡਿਮਾਂਡ ਤੇ ਨਹੀਂ ਆ, ਫ੍ਰੀ ਸੇਵਾ ਕਰ ਰਹੇ ਆ ਉਹ ਵੀ। ਠੀਕ ਆ ਜੀ। ਤੇ ਇਹ ਸਾਰੇ ਵਲੰਟੀਅਰ ਤੁਹਾਡੇ ਮਤਲਬ ਲੋਕਲ ਨਵਾਂ ਸ਼ਹਿਰ ਤੋਂ ਹੀ ਆ? ਲੋਕਲ ਨਵਾਂ ਸ਼ਹਿਰ ਤੋਂ ਆ ਜੀ ਸਾਰੇ। ਠੀਕ ਆ ਜੀ। ਤੇ ਅੰਕਲ ਜੀ ਮੈਂ ਦੇਖਿਆ ਸੀ ਜਦੋਂ ਅਸੀਂ ਪਹਿਲਾਂ ਇਹ ਦਾਲ ਬਣਾਉਂਦੇ ਸੀਗੇ, ਇਹ ਜੀ ਸਾਡੇ ਚੇਲੇ ਪਿੰਡ ਤੋਂ ਹੈਗੇ ਆ। ਇਹਨਾਂ ਨੂੰ ਮੈਂ ਹੀ ਮਤਲਬ ਸਪੈਸ਼ਲ ਬੁਲਾਇਆ। ਅੱਛਾ ਜੀ। ਹਾਂਜੀ, ਇਹ ਇਹਨਾਂ ਦਾ ਤਜਰਬਾ ਹੈ ਗੁਰੂ ਘਰਾਂ 'ਚ। ਜੌਬ ਦੇ ਨਾਲ ਨਾਲ ਇਹਨਾਂ ਦਾ ਆਪਣਾ ਕਾਰੋਬਾਰ ਸੀ ਦਿੱਲੀ ਦੇ ਵਿੱਚ। ਠੀਕ ਆ। ਮੇਰੇ ਕਲਾਸ ਫੈਲੋ ਹੈਗੇ ਨੇ। ਮੈਂ ਸ਼ੁਰੂ 'ਚ ਆਪਣੀ ਸਟੱਡੀ ਤੋਂ ਬਾਅਦ ਆਰਮੀ 'ਚ ਚਲਾ ਗਿਆ। ਇਹਨਾਂ ਨੇ ਦਿੱਲੀ 'ਚ ਇਹਨਾਂ ਦੀ ਜੌਬ ਸੀ। ਜੌਬ ਦੇ ਨਾਲ ਨਾਲ ਗੁਰੂ ਘਰਾਂ ਦੇ ਲੰਗਰ ਦੀ ਸੇਵਾ ਕਰਦੇ ਰਹੇ ਦੋਨੋਂ, ਵਾਈਫ ਔਰ ਜਸਪਾਲ ਸਿੰਘ ਜੀ। ਦੋਨੋਂ ਦਾ ਖਾਣੇ ਦਾ ਤਜਰਬਾ ਹੈ। ਮੈਂ ਕਹਿ ਰਿਹਾ ਕਿ ਸ਼ਾਇਦ ਹੀ ਪੈਲਸਾਂ ਵਿੱਚ ਵੀ ਇਹੋ ਜਿਹਾ ਵਧੀਆ ਖਾਣਾ ਜਿੰਨਾ ਇਹਨਾਂ ਦਾ ਤਜਰਬਾ ਹੈ। ਇਸ ਲਈ ਮੈਂ ਸਪੈਸ਼ਲ ਇਹਨਾਂ ਨੂੰ ਇਸ ਰਸੋਈ ਦੀ ਸ਼ੁਰੂਆਤ ਕਰਨ ਲਈ, ਤਾਂ ਕਿ ਸਾਡਾ 10-15 ਦਿਨ ਇਹ ਖਾਣਾ ਜਿਹੜਾ ਇਹਨਾਂ ਦੇ ਹੱਥੋਂ ਬਣਨਾ ਚਾਹੀਦਾ, ਤੇ ਇਹਨਾਂ ਨੂੰ ਅਸੀਂ ਸੇਵਾ ਲਈ ਬੁਲਾਇਆ ਗਿਆ। ਠੀਕ ਆ ਜੀ। ਤੇ ਮਤਲਬ ਤੁਹਾਡਾ ਤੇ ਮਤਲਬ ਕਲਾਸਮੇਟ ਤੁਸੀਂ ਮਤਲਬ ਪਹਿਲਾਂ ਤੋਂ ਹੀ ਹੈ ਨਾ ਕਲਾਸਮੇਟ? ਜਿਹੜੇ ਤੁਸੀਂ ਦੱਸਿਆ ਸਰਦਾਰ ਗੁਰਜਿੰਦਰ ਸਿੰਘ ਜੀ ਕੈਨੇਡਾ ਤੋਂ ਆ, ਉਹ ਕਿਹੜੇ ਪਿੰਡ ਤੋਂ ਆ ਜੀ? ਉਹ ਵੀ ਪਿੰਡ ਚੇਲੇ ਤੋਂ ਆ, ਕੈਨੇਡਾ ਵਾਸੀ ਹੈਗੇ ਆ। ਉਹਨਾਂ ਦੀ ਸੋਚ ਵੀ ਗੁਰਸਿੱਖ ਗੁਰਮੁਖ ਪਿਆਰੇ ਹੈਗੇ ਆ। ਉਹਨਾਂ ਦੀ ਸੋਚ ਤਨ ਮਨ ਧਨ ਦੇ ਨਾਲ ਉਹ ਲੋੜਵੰਦਾਂ ਦੀ ਕਾਫੀ ਲੰਬੇ ਸਮੇਂ ਤੋਂ ਉਹ ਸੇਵਾ ਕਰ ਰਹੇ ਆ। ਮਤਲਬ ਬਿਲਕੁਲ ਸਮਰਪਿਤ ਹੈ ਉਹ ਗਰੀਬ ਪਰਿਵਾਰ ਲਈ, ਬੇਸਹਾਰਿਆਂ ਲਈ ਤਨ ਮਨ ਧਨ ਦੇ ਨਾਲ ਉਹ ਸੇਵਾ ਕਰ ਰਹੇ ਹਨ। ਇਹ ਰਸੋਈ ਦੀ ਸੇਵਾ ਵੀ ਇੱਕ ਉਹਨਾਂ ਦੀ ਸੋਚ ਨੂੰ ਅਸੀਂ ਅਮਲੀ ਰੂਪ ਦਿੱਤਾ ਗਿਆ। ਠੀਕ ਆ ਜੀ।
ਤੇ ਇੱਥੇ ਮੈਂ ਦੋਸਤਾਂ ਨੂੰ ਇੱਕ ਗੱਲ ਕਹਿ ਦੇਣੀ ਚਾਹੁੰਦਾ, ਅਸੀਂ ਅੱਜ ਕੱਲ੍ਹ ਨਾ ਸਾਰੇ ਜਣੇ ਸੋਸ਼ਲ ਮੀਡੀਆ ਤੇ ਦੇਖਦੇ ਆ ਕਿ ਜਿਨ੍ਹਾਂ ਨੇ ਇੱਕ ਬਹੁਤ ਇਮੋਸ਼ਨਲ ਵੀਡੀਓ ਪਾਈਆਂ ਹੋਣੀਆਂ, ਆਪਾਂ ਉਹਨਾਂ ਨੂੰ ਧੜਾ ਸ਼ੇਅਰ ਕਰੀ ਜਾਂਦੇ ਆ, ਉਹ ਪਤਾ ਨਹੀਂ ਕੀ ਕਰਦੇ ਆ। ਬਹੁਤੇ ਜਿਹੜੇ ਹੈਗੇ ਆ ਮਤਲਬ ਜਿੰਨੇ ਵੀ ਸਮਾਜ ਸੇਵੀ, ਕਈਆਂ ਤੇ ਪਿਛਲੇ ਟਾਈਮ ਦੇ ਵਿੱਚ ਬਹੁਤ ਵੱਡੇ ਆਰੋਪ ਵੀ ਲੱਗੇ ਆ ਵੀ ਬਹੁਤ ਸੰਗਤ ਦਾ ਪੈਸਾ ਖਾ ਗਏ ਹਨ। ਪਰ ਅੱਜ ਮੈਂ ਤੁਹਾਨੂੰ ਦੱਸਦਾ ਕਿ ਅੱਜ ਅਸੀਂ ਜਿਸ ਜਗ੍ਹਾ ਤੇ ਨਵਾਂਸ਼ਹਿਰ ਖੜੇ ਆ ਤੇ ਅਸੀਂ ਇਹਨਾਂ ਦੀ ਵੀਡੀਓ ਕਰਨ ਲਈ ਮੈਨੂੰ ਲੱਗਦਾ ਇਹਨਾਂ ਨੂੰ ਬਹੁਤ ਔਖੇ ਮਨਾਇਆ ਤੇ 4-5 ਪਾਸੇ ਫੋਨ ਕਰਾ ਕੇ ਤਾਂ ਇਹਨਾਂ ਨੂੰ ਮਨਾਇਆ ਹੀ, ਮਤਲਬ ਸਾਹਮਣੇ ਵੀ ਨਹੀਂ ਆਉਣਾ ਚਾਹੁੰਦੇ ਸੀ ਕੈਮਰੇ ਦੇ। ਤੇ ਅੰਕਲ ਜੀ ਹੋਰ ਤੁਸੀਂ ਹੋਰ ਕੀ ਮਤਲਬ ਸੇਵਾਵਾਂ ਨਿਭਾ ਰਹੇ ਹੋ ਜੀ? ਦੇਖੋ, ਜਿਸ ਤਰ੍ਹਾਂ ਸਰਦਾਰ ਅਮਰੀਕ ਸਿੰਘ ਜੀ ਪਹਿਲਾਂ ਤੋਂ ਜਦੋਂ ਤੋਂ ਇਹਨਾਂ ਦਾ ਸੰਪਰਕ ਸਰ ਗੁਰਜਿੰਦਰ ਸਿੰਘ ਨਾਲ ਹੋਇਆ, ਉਹਨਾਂ ਨੇ ਮਤਲਬ ਇਹਨਾਂ ਨੂੰ ਕਿਹਾ ਕਿ ਕੋਈ ਇੱਦਾਂ ਦੀਆਂ ਸੇਵਾਵਾਂ ਲੋਕਾਂ ਨੂੰ ਪਤਾ ਨਾ ਲੱਗਣ, ਤੁਸੀਂ ਸੇਵਾ ਕਰਕੇ ਆ ਜਾਓ। ਤਾਂ ਇਹਨਾਂ ਨੇ, ਮੈਂ ਇੱਕ ਬੜੀ ਐਗਜ਼ਾਮਪਲਰੀ ਸੇਵਾ ਦੱਸਾਂਗਾ ਕਿ ਇਹਨਾਂ ਨੇ ਪਿਛਲੇ ਸਾਲ ਤਕਰੀਬਨ 3-4 ਲੱਖ ਰੁਪਏ ਦੇ ਕੰਬਲ ਲੈ ਕੇ ਜਿੱਥੇ ਕਿਤੇ ਵੀ ਲੋਕ ਸਟੇਸ਼ਨਾਂ ਤੇ, ਬੱਸ ਸਟੈਂਡ ਤੇ, ਫੁੱਟਪਾਥ ਤੇ ਸੁੱਤੇ ਪਏ ਸੀ, ਸੁੱਤਿਆਂ ਦੇ ਉੱਤੇ ਪਾ ਕੇ ਆ ਗਏ। ਔਰ ਇਸੇ ਤਰ੍ਹਾਂ ਜਿਹੜੀਆਂ ਲੋੜਵੰਦ ਜਨਾਨੀਆਂ ਸੀਗੀਆਂ, ਵਿਧਵਾਵਾਂ ਜਾਂ ਜਿਹੜੀਆਂ ਮਾਲੀ ਹਾਲਤ ਦੇ ਬਹੁਤ ਕਮਜ਼ੋਰ ਸੀਗੀਆਂ, ਉਹਨਾਂ ਨੂੰ ਰਾਸ਼ਨ ਪ੍ਰੋਵਾਈਡ ਕਰ ਰਹੇ ਨੇ ਉਹਨਾਂ ਦੀ ਮਦਦ ਦੇ ਨਾਲ ਔਰ ਸੰਗਤਾਂ ਦੀ ਮਦਦ ਦੇ ਨਾਲ। ਜਿੱਥੋਂ ਤੱਕ ਮੇਰਾ ਸਵਾਲ ਹੈ, ਕਿਉਂਕਿ ਮੇਰਾ ਇਹਨਾਂ ਦੇ ਨਾਲ ਕਾਫੀ ਪਿਆਰ ਵੀ ਹੈ ਔਰ ਇਹਨਾਂ ਨੇ ਇਸ ਕੰਮ ਲਈ ਸੋਚਿਆ ਕਿ ਇਹ ਮੇਰਾ ਵੱਧ ਤੋਂ ਵੱਧ ਸਾਥ ਦੇ ਸਕਦੇ ਨੇ। ਅਸੀਂ ਬੇਸਿਕਲੀ ਰਿਟਾਇਰਮੈਂਟ ਤੋਂ ਬਾਅਦ ਮੈਨੂੰ ਵੀ ਆਫਰ ਆਈ ਸੀ ਕਿ ਮੁੜ ਕੇ ਅੱਜ ਕੱਲ੍ਹ ਰੀਇੰਪਲੋਏ ਕਰਕੇ ਤਾਂ ਤੁਹਾਨੂੰ ਇੱਦਾਂ ਦਾ ਕੰਮ ਦਈਏ ਕਿ ਤੁਹਾਨੂੰ 3-4 ਲੱਖ ਰੁਪਏ ਦੀ ਮਹੀਨੇ ਦੀ ਇਨਕਮ ਮਿਲ ਸਕਦੀ ਸੀ ਉਸ ਮਹਿਕਮੇ 'ਚ। ਠੀਕ ਹੈ। 2 ਦਿਨ ਲੱਗੇ, ਦਿਮਾਗ ਸੋਚਦਾ ਰਿਹਾ ਕਿ ਉਹ ਰਸਤਾ ਫੜਿਆ ਜਾ ਜਾਂ ਆਹ ਫੜਿਆ ਜਾਏ। ਫਿਰ ਮੰਨੇ ਕਿ ਨਹੀਂ, ਬਹੁਤ ਪੈਸਾ ਕਮਾਇਆ, ਪਰਮਾਤਮਾ ਨੇ ਬਹੁਤ ਕੁਛ ਦਿੱਤਾ, ਪ੍ਰੋਪਰ ਰਸਤਾ ਦੂਜਾ ਚੁਣਿਆ। ਅਸੀਂ ਇੱਕ 550 ਸਾਲਾ ਪ੍ਰਕਾਸ਼ ਪੁਰਬ ਆਇਆ ਸੀ ਗੁਰੂ ਨਾਨਕ ਦੇਵ ਜੀ ਦਾ, ਉਹ ਮਨਾਇਆ। ਮੈਂ ਸਮਝਦਾ ਕਿ ਉਹ ਸਾਡੇ ਲਈ ਇੱਕ ਮਾਰਗ ਦਰਸ਼ਨ ਸੀ ਕਿ ਤਕਰੀਬਨ 25-30 ਲੱਖ ਰੁਪਇਆ ਕੈਸ਼ ਔਰ ਇਸ ਤੋਂ ਜ਼ਿਆਦਾ ਸਮਾਨ ਲੋਕਾਂ ਨੂੰ ਵੰਡਣ ਲਈ। ਉਹਦੇ 'ਚ ਲੋਕਾਂ ਨੇ ਟੈਲੀਵਿਜ਼ਨ, ਕੈਮਰੇ, ਵੀਡੀਓ, ਘੜੀਆਂ, ਪਤਾ ਨਹੀਂ ਜੋ ਸਮਾਨ ਦਿੱਤਾ। ਮੈਂ ਨਹੀਂ ਸਮਝਦਾ ਕਿ ਉਹ, ਔਰ ਕੱਪੜਾ ਇੰਨਾ ਦਿੱਤਾ, ਸਮਾਨ ਇੰਨਾ ਕਿ ਲੋਕ ਟੈਂਪੂ ਭਰ ਕੇ ਸਮਾਨ ਨਾਲ ਲੈ ਗਏ। ਅਸੀਂ ਕਿਹਾ ਜੇ ਲੋਕ ਪਰਮਾਤਮਾ ਇੰਨੀ ਮਦਦ ਕਰਦਾ ਇਹਨਾਂ ਲੋਕਾਂ ਦੇ ਲਈ, ਇੰਨਾ ਕੁਛ ਦੇਣ ਨੂੰ ਤਿਆਰ ਹੈ, ਲੋਕਾਂ ਨੂੰ ਭੇਜ ਰਿਹਾ, ਤਾਂ ਕਿਉਂ ਨਾ ਇਹ ਰਸਤੇ ਨੂੰ ਫੜਿਆ ਜਾਏ। ਉਸ ਤੋਂ ਬਾਅਦ ਅਸੀਂ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਬਣਾਈ ਔਰ ਉਹਦੇ ਵਿੱਚ ਸੇਵਾਵਾਂ ਸ਼ੁਰੂ ਕੀਤੀਆਂ। ਮੈਡੀਕਲ, ਕਿਉਂਕਿ ਅੱਜ ਕੱਲ੍ਹ ਮੈਡੀਕਲੀ ਬਹੁਤ, ਤੁਸੀਂ ਕਿਸੇ ਹਸਪਤਾਲ ਚੱਲ ਜਾਓ, ਬੰਦਾ 500-700 ਹਜ਼ਾਰ ਤੋਂ ਘੱਟ ਨਹੀਂ ਆਉਂਦਾ ਹੈ। ਅਤੇ ਅਸੀਂ ਦਵਾਈਆਂ ਦਾ ਫ੍ਰੀ ਦਵਾਈਆਂ, ਡਾਕਟਰ ਸਟਾਫ ਉੱਥੇ ਰੱਖਿਆ। ਲੈਬੋਰਟਰੀ ਇੱਕ ਨਵਾਂਸ਼ਹਿਰ 'ਚ ਕੰਮ ਕਰ ਰਹੀ ਹੈ, ਇੱਕ ਲੈਬੋਰਟਰੀ ਰਾਹੋਂ ਕੰਮ ਕਰ ਰਹੀ ਹੈ। ਅੱਖਾਂ ਦੇ ਆਪਰੇਸ਼ਨ, ਕਿਉਂਕਿ ਪਿੱਛੇ ਕੋਵਿਡ ਦੇ ਵਿੱਚ ਆਪਰੇਸ਼ਨ ਕੈਂਪ ਲੱਗਣੇ ਬੰਦ ਹੋ ਗਏ ਸੀ, ਕਾਰਨ ਸੀ ਕਿ ਪਬਲਿਕ ਗੈਦਰਿੰਗ ਨਹੀਂ ਹੋ ਸਕੀ। ਅਸੀਂ ਕੀ ਕੀਤਾ, ਆਪਣੀ ਡਿਸਪੈਂਸਰੀ ਦੇ ਵਿੱਚ 2-2, 4-4, 5-5 ਬੰਦੇ ਬੁਲਾ ਕੇ ਉਹਨਾਂ ਨੂੰ ਟਾਈਮ ਦੇ ਕੇ ਉਹਨਾਂ ਨੂੰ ਬੁਲਾਇਆ, ਉਹਨਾਂ ਦੀ OPD ਕਰਾਈ। ਔਰ ਜਿੰਨੇ ਵੀ ਕੇਸ ਨਿਕਲੇ, ਪਹਿਲਾਂ ਅਸੀਂ ਜਲੰਧਰ ਜਾ ਕੇ ਉੱਥੇ ਤਕਰੀਬਨ 80 ਦੇ ਕਰੀਬ ਆਪਰੇਸ਼ਨ ਉੱਥੋਂ ਕਰਾਏ। ਹੁਣ ਅਸੀਂ ਲੋਕਲ ਅਰੇਂਜਮੈਂਟ ਕੀਤਾ ਹੈ, ਲੋਕਲ ਸਿਵਲ ਹਸਪਤਾਲ ਦੇ ਸਾਡੇ ਡਾਕਟਰ ਸਾਡੀ ਮਦਦ ਕਰਦੇ ਨੇ। ਮਤਲਬ ਮਹੀਨੇ ਦੇ ਵਿੱਚ 1 ਦਿਨ ਕੈਂਪ ਰੱਖ ਕੇ ਜਿੰਨੇ ਵੀ ਹੁੰਦੇ ਨੇ, ਉਹ ਮਹੀਨੇ ਦੇ ਵਿੱਚ ਅਸੀਂ ਸਾਰੇ 2-2, 4-4, 5 ਦਿਨ ਕਰਕੇ ਉਹਨਾਂ ਦੇ ਆਪਰੇਸ਼ਨ ਕਰਾ ਦਿੰਦੇ ਹਾਂ। ਫਿਰ ਅਗਲੇ ਮਹੀਨੇ ਫਿਰ ਕੈਂਪ ਰੱਖ ਲਈਦਾ। ਹੋਰ ਇੱਦਾਂ ਦੀਆਂ ਬਹੁਤ ਸੇਵਾਵਾਂ ਨੇ। ਲੋਕਾਂ ਦੀ ਮਦਦ ਕਿਸੇ ਤਰੀਕੇ ਕਰੋ, ਮਗਰ ਡਿਜ਼ਰਵ ਕਰਦੇ ਹੋਣ ਲੋਕ। ਇਹ ਨਾ ਹੋਵੇ ਕਿ ਕੋਈ ਸਿਫਾਰਸ਼ੀ ਆ ਜਾਏ, ਸਾਨੂੰ ਪਤਾ, ਮਤਲਬ ਜਾਣ ਬੁੱਝ ਕੇ ਵੀ ਅਸੀਂ ਸਿਫਾਰਸ਼ੀ ਬੰਦੇ ਦੀ ਮਦਦ ਕਰੀਏ ਤਾਂ ਉਹ ਸਾਡਾ ਕੌਂਸ਼ੀਅਸ ਸਾਡੀ ਅਲਾਉ ਨਹੀਂ ਕਰਦੀ। ਬੜੀਆਂ ਸੇਵਾਵਾਂ ਨੇ, ਹੁਣ ਮੈਂ ਗਿਣ ਨਹੀਂ ਸਕਦਾ, ਸਮਾਂ ਵੀ ਥੋੜ੍ਹਾ। ਠੀਕ ਹੈ ਜੀ। ਤੇ ਜੋ ਪਰਮਾਤਮਾ ਦੀ ਕਿਰਪਾ ਨਾਲ ਚੱਲ ਰਹੀ ਹੈ। ਤੇ ਇੱਕ ਚੀਜ਼ ਹੋਰ ਦੱਸੋ ਜੀ, ਤੁਸੀਂ ਮਤਲਬ ਜਿਹੜੀ ਇਹ ਟਿਫਨ ਸੇਵਾ ਸ਼ੁਰੂ ਕੀਤੀ ਆ, ਜਿਹਦਾ ਇਹ ਹੁਣ ਤੁਸੀਂ ਕਿੰਨੇ ਕਿਲੋਮੀਟਰ ਤੱਕ ਜਾਂਦੇ ਆ ਜਿਹੜੇ ਟਿਫਨ ਦੇਣ? ਸਾਡੀ ਕੋਸ਼ਿਸ਼ ਨਵੇਂ ਸ਼ਹਿਰ ਦੀ ਰਸੋਈ ਤੋਂ ਹੈ ਕਿ ਪੂਰਾ ਅਸੀਂ ਤਹਿਸੀਲ ਦੇ, ਜੋ ਨਵਾਂ ਸ਼ਹਿਰ ਤਹਿਸੀਲ ਦੇ ਪਿੰਡ ਹੈ, ਉਹ ਕਵਰ ਕਰੀਏ। ਹਾਲਾਂਕਿ 1-2 ਪਿੰਡ ਜੋ ਕਿ ਬਾਰਡਰ ਤੇ ਆ, ਹੁਸ਼ਿਆਰਪੁਰ ਜ਼ਿਲ੍ਹੇ ਦੇ, ਉਹ ਵੀ ਕਵਰ ਕੀਤੇ। ਜਿਵੇਂ ਕਿ ਦੇਣੋਵਾਲ ਪਿੰਡ ਹੈ, ਉਹ ਹੁਸ਼ਿਆਰਪੁਰ ਜ਼ਿਲ੍ਹੇ ਦਾ ਪਰ ਨਵੇਂ ਸ਼ਹਿਰ ਦੇ ਨਾਲ ਜੁੜਿਆ ਹੋਇਆ। ਤਕਰੀਬਨ 15 ਕਿਲੋਮੀਟਰ ਚਾਰੇ ਪਾਸੇ ਨੂੰ। ਤੇ ਹੁਣ ਜਿਹੜੇ ਤੁਹਾਡੇ ਕੋਲ ਜਿੱਦਾਂ ਸਟਾਰਟਿੰਗ ਦੇ ਵਿੱਚ 3 ਦਿਨਾਂ ਦੇ ਵਿੱਚ ਹੀ ਤੁਸੀਂ 25 ਟਿਫਨ ਤੁਸੀਂ ਰੋਜ਼ ਤੁਸੀਂ ਡਿਲੀਵਰ ਕਰ ਰਹੇ ਹੋ, ਮਤਲਬ ਇਹ ਜਿਹੜਾ ਇਹ ਕਿਹੜੇ ਪਿੰਡਾਂ 'ਚ ਡਿਲੀਵਰ ਕਰਦੇ ਪਏ ਹੋ? ਇਹ ਅਸੀਂ ਜ਼ਿਆਦਾਤਰ ਗਿਣਤੀ 25 ਦੇ ਵਿੱਚੋਂ ਇਹ ਕਹਿ ਲਓ ਕਿ 50% ਨਵਾਂ ਸ਼ਹਿਰ ਦੇ ਹਨ। ਠੀਕ ਹੈ। ਤੇ ਬਾਕੀ ਜੋ 50% ਹੈ ਉਹ ਪਿੰਡ ਨਵੇਂ ਸ਼ਹਿਰ ਦੇ ਨਾਲ ਜੁੜਿਆ ਹੋਇਆ। ਮਹਿੰਦੀਪੁਰ ਹੈਗਾ, ਜਾਫਰਪੁਰ ਔਰ ਕਰਿਆਮ, ਭੰਗਲਾਂ ਬੜੀਆਂ, ਲੰਗੜੋਆ ਪਿੰਡ, ਖਟਕੜ ਕਲਾਂ। ਕੰਮ ਸ਼ੁਰੂ ਹੋ ਜਾਣਾ, ਪਰ ਉਹਦੀ ਗੱਲਬਾਤ ਹੋ ਗਈ ਹੈ। ਉਹ ਕੱਲ ਤੋਂ ਕਾਮੇ ਦੀ ਵੀ ਸਪਲਾਈ ਜਾਏਗੀ। ਜਾਫਰਪੁਰ ਪਿੰਡ ਅਜੇ ਇਹ ਪਿੰਡ ਹੈਗੇ ਆ। ਬਾਕੀ ਕੁਝ ਸਾਨੂੰ ਫੋਨ ਆਏ ਹੋਏ ਹੈ, ਉਹਨਾਂ ਦੀ ਅਸੀਂ ਰਜਿਸਟ੍ਰੇਸ਼ਨ ਨਹੀਂ ਕੀਤੀ। ਪੁੱਛਗਿੱਛ ਕਰਕੇ ਅਸੀਂ ਯਕੀਨ ਕਰਾਂਗੇ ਕਿ ਵਾਕਈ ਇਹ ਇਸ ਯੋਗ ਹੈ। ਇੱਕ ਚੀਜ਼ ਮੈਂ ਹੋਰ ਐਡ ਕਰਨੀ ਚਾਹਾਂਗਾ, ਸੌਰੀ ਮੈਂ ਗੱਲ ਕਰ ਰਿਹਾ, ਕਿਉਂਕਿ ਜਦ ਜਿਸ ਨੇ ਰਸੋਈ ਦਾ ਉਦਘਾਟਨ ਕੀਤਾ, ਸਾਨੂੰ ਇੱਥੇ ਦੇ ਜੋ
ਲੋਕਲ ਡਿਸਟ੍ਰਿਕਟ ਸੈਸ਼ਨ ਜੱਜ ਨੇ, ਮਤਲਬ ਲੋਕ ਤਾਂ ਉਹਨਾਂ ਨੂੰ ਕਹਿਣ ਜਾਂਦੇ ਨੇ ਕਿ ਤੁਸੀਂ ਆਓ ਸਾਡਾ ਉਦਘਾਟਨ ਕਰੋ। ਉਹਨਾਂ ਨੇ ਸਾਨੂੰ ਖੁਦ ਅਪਰੋਚ ਕੀਤਾ ਕਿ ਤੁਸੀਂ ਜਿਹੜੀ ਸੇਵਾ ਸ਼ੁਰੂ ਕਰ ਰਹੇ ਹੋ ਕਿਸ ਤਰ੍ਹਾਂ ਦੀ ਹੈ। ਅਸੀਂ ਕਿਹਾ ਜੀ ਜ਼ਰੂਰ ਆਓ, ਦੇਖੋ ਅਸੀਂ ਕਹਿੰਦੇ ਅਸੀਂ ਵਿਜ਼ਿਟ ਕਰਨਾ ਚਾਹੁੰਦੇ ਹਾਂ। ਅਸੀਂ ਕਿਹਾ ਆਓ, ਮੋਸਟ ਵੈਲਕਮ ਹੈ। ਅਤੇ ਅਸੀਂ ਉਹਨਾਂ ਨੂੰ ਇੱਥੇ ਬੁਲਾਇਆ ਤਾਂ ਉਹਨਾਂ ਦੀ ਹਾਜ਼ਰੀ 'ਚ ਹੀ ਇਹ ਸੇਵਾ ਸ਼ੁਰੂ ਕੀਤੀ। ਔਰ ਉਹਨਾਂ ਨੇ ਸਾਨੂੰ ਇੱਕ ਸਜੈਸ਼ਨ ਦਿੱਤੀ, ਪਹਿਲਾਂ ਵੀ ਸਾਡੇ ਮਨ ਸੀ ਕਿ ਮਤਲਬ ਉਹ ਕਹਿੰਦੇ ਵੀ ਕੋਵਿਡ ਦੇ ਵਿੱਚ, ਕਿਉਂਕਿ ਮੈਂ ਫਿਰ ਥੋੜ੍ਹੀ ਜਿਹੀ ਬੈਕਗਰਾਊਂਡ ਜਾਵਾਂਗਾ ਕੋਵਿਡ ਦੀ। ਪਿਛਲੇ ਸਾਲ ਵੀ ਸਾਨੂੰ ਚਾਹੇ ਉਹ ਜ਼ਿਲ੍ਹਾ ਪ੍ਰਸ਼ਾਸਨ ਸੀ, ਚਾਹੇ ਪੁਲਿਸ ਪ੍ਰਸ਼ਾਸਨ ਸੀ, ਉਹਨਾਂ ਨੇ ਸਾਨੂੰ ਕਿਹਾ ਵੀ ਕੋਵਿਡ ਦੇ ਵਿੱਚ ਲਾਕਡਾਊਨ ਵਗੈਰਾ ਲੱਗੇ ਨੇ ਤਾਂ ਤੁਸੀਂ ਇਹਨਾਂ ਨੂੰ ਸਬਸਿਡੀ ਪ੍ਰੋਵਾਈਡ ਕਰੋ। ਤਕਰੀਬਨ ਦੁੱਧ, ਦਹੀਂ, ਲੱਸੀ, ਚਾਹ, ਕਾੜਾ, ਫਰੂਟ ਤੱਕ ਸਾਰਾ ਅਸੀਂ ਪਿਛਲੀਆਂ ਗਰਮੀਆਂ ਦੇ ਵਿੱਚ ਵੰਡਿਆ। ਔਰ ਖਾਸ ਕਰਕੇ ਲੱਸੀ ਦੀ ਸੇਵਾ ਇੰਨੀ ਮਸ਼ਹੂਰ ਹੈ ਕਿਉਂਕਿ ਜਦੋਂ ਇਹ ਲੱਗਦਾ ਸੀ ਕਿ ਨਾ ਆਪਣਾ ਲਾਕਡਾਊਨ ਜਾਂ ਕਰਫਿਊ, ਜਿਹੜੇ ਬਾਹਰ ਬੈਰੀਅਰ 'ਤੇ ਪੁਲਿਸ ਨਾਕੇ ਲੱਗਦੇ ਸੀ, ਉੱਥੇ ਨਾਕਿਆਂ 'ਤੇ ਲੋਕਾਂ ਨੂੰ ਉਹ ਵਿਚਾਰੇ ਪੁਲਿਸ ਮੁਲਾਜ਼ਮਾਂ ਨੂੰ ਜਾਂ ਜਿਹੜਾ ਕੋਈ ਹੋਰ ਪੁਲਿਸ ਲਿਖਿਆ ਕਿ ਪਾਣੀ ਪਿਲਾਉਣ ਵਾਲਾ ਕੋਈ ਨਹੀਂ ਸੀ, ਉੱਥੇ ਲੱਸੀ ਦੀ ਸਰਵਿਸ ਸ਼ੁਰੂ ਕੀਤੀ। ਉੱਥੋਂ ਹੀ ਸਾਨੂੰ ਕੌਨਫੀਡੈਂਸ ਆ ਗਿਆ ਕਿ ਜੇ ਇਹੋ ਜਿਹੇ ਮੌਕੇ 'ਤੇ ਸਾਨੂੰ ਸੇਵਾਵਾਂ ਕਰੀਏ ਤਾਂ ਇੱਦਾਂ ਦੀਆਂ ਕਰੀਏ ਤਾਂ ਸਾਡੇ ਮਨ ਨੂੰ ਸਕੂਨ ਮਿਲਦਾ ਔਰ ਲੋਕਾਂ ਨੂੰ ਵੀ ਫਾਇਦਾ ਹੁੰਦਾ। ਉਸੇ ਨੂੰ ਦੇਖਦੇ ਹੋਏ ਜਿਹੜੀ ਰਸੋਈ ਦੀ ਸੇਵਾ ਹੈ ਅਸੀਂ ਸ਼ੁਰੂ ਕੀਤੀ ਤਾਂ ਸਾਨੂੰ ਉਹਨਾਂ ਨੇ ਵੀ ਗਾਈਡ ਕੀਤਾ ਔਰ ਸਾਡੇ ਮਨ 'ਚ ਵੀ ਸੀ। ਅਸੀਂ ਅੱਜ ਸ਼ਾਇਦ ਤੁਸੀਂ ਨਾਲ ਹੀ ਸੀ, ਸਿਵਲ ਹਸਪਤਾਲ ਅੱਜ ਤੋਂ ਸੇਵਾ ਸ਼ੁਰੂ ਕੀਤੀ ਹੈ। ਕੋਵਿਡ ਪੇਸ਼ੈਂਟ ਜਿਹੜੇ ਹੈਗੇ ਨੇ, ਆਈਸੋਲੇਸ਼ਨ ਜਿਹੜੇ ਨੇ, ਜਿਨ੍ਹਾਂ ਦੇ ਉਹਨਾਂ ਦੇ ਘਰ ਦੇ ਉਹਨਾਂ ਨੂੰ ਖਾਣਾ ਨੂੰ ਦੇਣ ਨੂੰ ਤਿਆਰ ਨਹੀਂ, ਡਰਦੇ ਨੇ ਕਿ ਜੇ ਇੱਥੇ ਚਲੇ ਗਏ ਹਸਪਤਾਲ 'ਚ ਸ਼ਾਇਦ ਸਾਨੂੰ ਨਾ ਕਿਤੇ ਕਰੋਨਾ ਹੋ ਜਾਏ। ਅਤੇ ਸਾਨੂੰ ਸਿਵਲ ਹਸਪੀਟਲ ਵਾਲਿਆਂ ਨੇ ਅਪਰੋਚ ਕੀਤੀ ਔਰ ਸਾਨੂੰ ਡਿਸਟ੍ਰਿਕਟ ਲੀਗਲ ਅਥਾਰਟੀ ਨੇ ਅਪਰੋਚ ਕੀਤੀ ਕਿ ਇਹਨਾਂ ਲੋਕਾਂ ਦੀ ਜ਼ਰੂਰ ਆਪਾਂ ਖਾਣੇ ਦੀ ਸੇਵਾ ਕਰਨੀ ਚਾਹੀਦੀ ਹੈ। ਔਰ ਅੱਜ ਰਸੋਈ ਦੇ ਵਿੱਚੋਂ ਤਕਰੀਬਨ 11 ਬੰਦਿਆਂ ਦਾ ਖਾਣਾ ਆਈਸੋਲੇਸ਼ਨ ਵਾਰਡ 'ਚ ਗਿਆ ਹੈ। ਔਰ ਉਹਨਾਂ ਨੇ ਕਿਹਾ ਜਿੰਨਾ ਚਿਰ ਤੱਕ ਤੁਹਾਡੇ ਕੋਲ ਆਈਸੋਲੇਸ਼ਨ ਵਾਰਡ ਚੱਲ ਰਿਹਾ, ਜਿੰਨਾ ਚਿਰ ਤੱਕ ਤੁਸੀਂ ਜਿਹੜੇ ਬੰਦੇ ਡਿਜ਼ਰਵ ਕਰਦੇ ਨੇ, ਕਈਆਂ ਦੇ ਘਰ ਦੇ ਭੇਜ ਦਿੰਦੇ ਨੇ, ਉਹ ਵੈਸੇ ਵੀ ਨਹੀਂ ਲਾਈਕ ਕਰਦੇ ਕਿ ਅਸੀਂ ਬਾਹਰੋਂ, ਕਿਉਂਕਿ ਉਹਨਾਂ ਦੀ ਪਰਮਾਤਮਾ ਦੀ ਕਿਰਪਾ ਦੇ ਨਾਲ ਉਹਦੀ ਮਾਲੀ ਹਾਲਤ ਵਧੀਆ ਹੈ। ਜਿਹੜੇ ਨਹੀਂ ਭੇਜ ਸਕਦੇ ਜਾਂ ਜਿਹੜੇ ਘਰਾਂ ਦੇ ਡਰਦੇ ਨੇ ਮਾਂ ਪਿਓ ਜਾਂ ਬੱਚੇ ਕਿ ਅਸੀਂ ਉੱਥੇ ਚਲੇ ਗਏ ਸਾਨੂੰ ਕੋਵਿਡ ਹੋ ਜਾਏਗਾ, ਉਹਨਾਂ ਦਾ ਸਾਰਿਆਂ ਦਾ ਖਾਣਾ ਚਾਹੇ ਉਹ 10 ਹੋਣ, ਚਾਹੇ 20 ਹੋਣ, ਚਾਹੇ 50 ਹੋਣ, ਉਹ ਅੱਜ ਤੋਂ ਲੈ ਕੇ ਜਿੰਨਾ ਚਿਰ ਤੱਕ ਪਰਮਾਤਮਾ ਦੀ ਕਿਰਪਾ ਰਹੀ ਔਰ ਇਹ ਕੋਵਿਡ ਨਹੀਂ ਸਮਾਪਤ ਹੋਇਆ, ਇਹ ਸੇਵਾ ਰੋਜ਼ਾਨਾ ਜਾਰੀ ਰੱਖੀ ਜਾਏਗੀ ਸਿਵਲ ਹਸਪਤਾਲ ਵਿੱਚ ਕੋਵਿਡ ਦੀ। ਠੀਕ ਆ ਜੀ। ਤੇ ਸਰਦਾਰ ਜੀ, ਜਿੱਦਾਂ ਤੁਸੀਂ ਦੱਸਿਆ ਕਿ ਪਿੰਡ ਚੇਲੇ ਦੇ ਵਿੱਚ ਵੀ ਇਹ ਰਸੋਈ ਸ਼ੁਰੂ ਹੋਈ ਆ ਤੇ ਇੱਥੇ ਨਵਾਂ ਸ਼ਹਿਰ ਦੇ ਵਿੱਚ ਵੀ, ਤੇ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ ਕਿ ਇਸ ਨੂੰ ਹੋਰ ਵਿਸਤਾਰ ਕਰਨਾ ਚਾਹੁੰਦੇ ਆ ਜਾਂ ਕੋਈ? ਬਿਲਕੁਲ, ਮੈਂ ਇੱਕ ਹੋਰ ਐਡ ਕਰਨਾ ਚਾਹੁੰਦਾ। ਇਸ ਤੋਂ ਇਲਾਵਾ ਪਿੰਡ ਚੇਲਾ ਦੇ ਵਿੱਚ ਅਸੀਂ ਸਰਦਾਰ ਗੁਰਜਿੰਦਰ ਸਿੰਘ ਦੀ ਗਾਈਡਲਾਈਨ 'ਤੇ ਹੀ ਇਸੇ ਮਨੁੱਖਤਾ ਦੀ ਸੇਵਾ ਦੇ ਤਹਿਤ ਇੱਕ ਹੋਰ ਸੇਵਾ ਚਲਾ ਰਹੇ ਹਾਂ, ਸਿਲਾਈ ਸੈਂਟਰ। ਸਾਲ ਦਾ ਇੱਕ ਸਿਲਾਈ ਸੈਂਟਰ 3 ਮਹੀਨੇ ਦਾ ਕਰਦੇ ਹਾਂ, ਜੋ ਕਿ ਪਿਛਲੇ ਸਾਲ ਤੋਂ ਬਿਮਾਰੀ ਦੀ ਵਜ੍ਹਾ ਕਰਕੇ ਉਹ ਬੰਦ ਹੈ, ਪ੍ਰੋਬਲਮ ਆ ਰਹੀ ਆ। ਉਹ ਪਿਛਲੇ 2-3 ਸਾਲ ਤੋਂ ਚੱਲ ਰਿਹਾ। ਹਰ ਸਾਲ ਇੱਕ ਸਿਲਾਈ ਸੈਂਟਰ ਚੱਲਦਾ ਜਿਸ ਦੇ ਵਿੱਚ ਜਿੱਥੋਂ ਤੱਕ ਵੀ ਪਿੰਡ ਚੇਲੇ ਤੱਕ ਪਹੁੰਚ ਕਰਦੀਆਂ ਕੋ ਕੁੜੀਆਂ, ਬੀਬੀਆਂ, ਕੋਈ ਵੀ ਆ ਸਕਦਾ, ਉਹ ਫ੍ਰੀ। ਉਸ ਦੇ ਲਈ ਅਸੀਂ ਉਹਨਾਂ ਦੇ ਲਈ ਇੱਕ ਵਧੀਆ ਟੀਚਰ ਦਾ ਬੰਦੋਬਸਤ ਕਰਦੇ ਹਾਂ, ਜੋ ਕਿ ਉਹਦੀ ਸੈਲਰੀ ਟੀਚਰ ਦੀ ਸਾਡੇ ਸੁਸਾਇਟੀ ਵੱਲੋਂ ਹੁੰਦੀ ਆ। ਤੋ ਸਿੱਖਣ ਵਾਲੀਆਂ ਬੀਬੀਆਂ ਨੂੰ ਕੋਈ ਕਿਸੇ ਤਰ੍ਹਾਂ ਦਾ ਅਸੀਂ ਉਹ ਖਰਚਾ ਨਹੀਂ ਲੈਂਦੇ। ਤੇ ਇਹ ਸਨ ਜੀ ਸਾਡੇ ਨਾਲ ਗੁਰੂ ਕੀ ਰਸੋਈ ਦੇ ਮੁੱਖ ਸੇਵਾਦਾਰ ਤੇ ਉਹਨਾਂ ਦੇ ਸਹਿਯੋਗੀ। ਤੇ ਆਸ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇਗੀ। ਹੋਰ ਵੀਡੀਓ ਦੇਖਣ ਲਈ ਸਾਡਾ YouTube ਤੇ Facebook ਪੇਜ PV07 ਵਾਲੇ ਜ਼ਰੂਰ ਲਾਈਕ ਕਰੋ ਤੇ YouTube ਚੈਨਲ ਸਬਸਕ੍ਰਾਈਬ ਕਰ ਦਿਓ। ਧੰਨਵਾਦ ਦੋਸਤੋ। ਹੁਣ ਹਸਪਤਾਲ ਪਹੁੰਚ ਚੁੱਕੇ ਹਾਂ ਜੀ। ਹਸਪਤਾਲ 'ਚ ਜਿੰਨੇ ਵੀ ਕਰੋਨਾ ਦੇ ਮਰੀਜ਼ ਐਡਮਿਟ ਹੈਗੇ ਆ, ਉਹਨਾਂ ਦਾ ਗੁਰੂ ਕੀ ਰਸੋਈ ਤੋਂ ਖਾਣਾ ਤਿਆਰ ਕਰਕੇ ਲੈ ਕੇ ਆਏ ਆ। ਹੁਣ ਸਟਾਫ ਨਰਸ ਜੋ ਇੱਥੇ ਡਿਟੇਨ ਕੀਤੀ ਗਈ ਆ, ਉਹਨੂੰ ਅਸੀਂ ਹੈਂਡਓਵਰ ਕਰਕੇ ਜਾਵਾਂਗੇ ਪੂਰਾ, ਜਿੰਨੇ ਵੀ ਪੇਸ਼ੈਂਟ ਹੈਗੇ ਕਰੋਨਾ। ਇਸ ਟਾਈਮ ਖੜੇ ਆ ਜੀ ਅਸੀਂ ਨਵਾਂ ਸ਼ਹਿਰ ਦੇ ਸਿਵਲ ਹਸਪੀਟਲ ਦੇ ਵਿੱਚ, ਤੇ ਸਾਡੇ ਨਾਲ SMO ਮੈਮ ਖੜੇ ਆ ਜੀ, ਮਨਦੀਪ ਕੌਰ ਜੀ, ਤੇ ਇਹਨਾਂ ਨਾਲ ਗੱਲਬਾਤ ਕਰਦੇ ਆ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ। ਮੈਂ SMO ਨਵਾਂ ਸ਼ਹਿਰ। ਸਾਡੇ ਵੱਲੋਂ ਇਹ ਬਹੁਤ ਹੀ ਵੱਡਾ ਵਧੀਆ ਉਪਰਾਲਾ ਜੋ ਕਿ ਨਿਸ਼ਕਾਮ ਸੇਵਾ ਸੁਸਾਇਟੀ ਵੱਲੋਂ ਟਿਫਨ ਦੀ ਸੇਵਾ, ਖਾਣ ਲਈ ਸੇਵਾ ਜੋ ਆਈਸੋਲੇਸ਼ਨ ਵਾਰਡ ਵਿੱਚ ਹੈ ਉਹ ਦਿੱਤੀ ਗਈ। ਤੇ ਮੈਮ ਇਸ ਟਾਈਮ ਐਕਟਿਵ ਕੇਸ ਪੂਰੇ ਨਵਾਂ ਸ਼ਹਿਰ ਦੇ ਵਿੱਚ ਕਿੰਨੇ ਆ, ਕੋਈ ਜਾਣਕਾਰੀ? ਜਿਹੜੇ ਸਾਡੇ ਕੋਲ ਆਈਸੋਲੇਸ਼ਨ ਵਾਰਡ ਵਿੱਚ ਹੈ ਉਹ ਪੇਸ਼ੈਂਟ ਹੈਗੇ ਕੋਈ 29 ਦੇ ਕਰੀਬ, ਜਿਨ੍ਹਾਂ ਵਿੱਚੋਂ ਸਾਡੇ ਕੋਲ ਪੋਜ਼ਿਟਿਵ ਪੱਕੇ ਪੇਸ਼ੈਂਟ ਹੈ ਉਹ 19
ਤੇ ਬਾਕੀ ਜਿਹੜੇ ਆ ਸਸਪੈਕਟਡ ਵੀ ਆ ਜਾਂਦੇ। ਠੀਕ ਹੈ ਜੀ। ਤੇ ਇੱਕ ਚੀਜ਼ ਮੈਮ ਹੋਰ ਇੱਕ ਜਿੱਦਾਂ ਹੁਣ ਆਮ ਜਿਹੜੇ ਲੋਕ ਆ, ਜਦੋਂ ਪਹਿਲਾਂ ਲੋਕਡਾਊਨ ਲੱਗਾ ਸੀ ਉਦੋਂ ਲੋਕਾਂ 'ਚ ਬਹੁਤ ਜ਼ਿਆਦਾ ਪਹਿਲਾਂ ਤਾਂ ਡਰ ਸੀਗਾ। ਹੌਲੀ ਹੌਲੀ ਉਹ ਡਰ ਕਿਤੇ ਨਿਕਲ ਗਿਆ। ਲੋਕੀ ਸਮਝਦੇ ਪਏ ਕਰੋਨਾ ਕੁਛ ਹੈ ਹੀ ਨਹੀਂ ਗਾ, ਹੈ ਨਾ। ਤੇ ਉਹਦੇ ਲਈ ਜੇ ਤੁਸੀਂ ਕੋਈ ਮਤਲਬ ਸਾਡੇ ਜਿਹੜੇ ਨਵਾਂ ਸ਼ਹਿਰ ਦੇ ਵਾਸੀ ਆ ਜਾਂ ਜ਼ਿਲ੍ਹੇ ਦੇ ਵਾਸੀ ਆ, ਉਹਨਾਂ ਨੂੰ ਜੇ ਤੁਸੀਂ ਕੁਛ ਅਪੀਲ ਕਰਨਾ ਚਾਹੁੰਦੇ ਹੋ, ਕਿੱਦਾਂ ਆਪਣਾ ਖਿਆਲ ਰੱਖ ਸਕਦੇ ਆ? ਬਿਲਕੁਲ, ਮੇਰੇ ਵੱਲੋਂ ਇਹ ਬਹੁਤ ਸਾਰੇ ਲੋਕਾਂ ਨੂੰ, ਸਾਰੇ ਭਾਰਤੀਆਂ ਨੂੰ, ਕਿਉਂਕਿ ਸਾਡੇ ਦੇਸ਼ ਦੇ ਵਿੱਚ ਇਸ ਵੇਲੇ ਬਹੁਤ ਹੀ ਅਫੜਾ ਦਫੜੀ ਪੈਨਿਕ ਵਾਲਾ ਮਾਹੌਲ ਬਣ ਗਿਆ ਹੈ, ਕਿਉਂਕਿ ਕਰੋਨਾ ਜਿਹੜਾ ਆ ਸਾਡੇ ਤੋਂ ਵਿੱਤੋਂ ਬਾਹਰ ਹੋ ਗਿਆ, ਅਸੀਂ ਲਾਪਰਵਾਹ ਹੋ ਗਏ, ਜਿਹਦੇ ਕਰਕੇ ਮੈਂ ਅਪੀਲ ਕਰਦੀ ਲੋਕਾਂ ਨੂੰ ਕਿ ਇਹ ਜਿਹੜਾ ਆਪਣੇ ਹੱਥ, ਆਪਣਾ ਸਿਹਤ ਜਿਹੜੀ ਉਹ ਆਪਣੇ ਹੱਥ ਹੈ। ਸਰਕਾਰ ਦਾ ਪੂਰਾ ਜ਼ੋਰ ਹੈ ਕਿ ਲੋਕ ਆਪਣਾ ਖਿਆਲ ਆਪ ਰੱਖਣ। ਤੇ ਇੱਕ ਚੀਜ਼ ਮੈਮ ਹੋਰ, ਜਿਹੜਾ ਸਰਕਾਰ ਨੇ ਕਿਹਾ ਸੀ ਕਿ ਜਿਹੜੇ 45 ਸਾਲ ਤੋਂ ਥੱਲੇ ਦੇ ਜਿਹੜੇ ਵੈਕਸੀਨੇਸ਼ਨ ਸਟਾਰਟ ਹੋਊਗੀ 1 ਅਪ੍ਰੈਲ ਤੋਂ, ਉਸ ਤੋਂ ਬਾਅਦ ਦਿੱਲੀ ਦੇ ਵਿੱਚ ਜਿਵੇਂ ਦਿੱਲੀ ਸਰਕਾਰ ਨੇ ਕਹਿ ਦਿੱਤਾ ਵੀ ਸਾਡੇ ਕੋਲ ਵੈਕਸੀਨੇਸ਼ਨ ਦੀ ਮਤਲਬ ਟੀਕਿਆਂ ਦੀ ਘਾਟ ਕਰਕੇ ਹਲੇ ਉਹ ਅਸੀਂ ਸ਼ੁਰੂ ਨਹੀਂ ਕਰ ਸਕਦੇ। ਪੰਜਾਬ ਦੇ ਵਿੱਚ ਜਿਹੜੇ ਕੀ ਮਤਲਬ 1 ਅਪ੍ਰੈਲ ਤੋਂ 45 ਸਾਲ ਤੋਂ ਥੱਲੇ ਦੇ ਟੀਕਾਕਰਨ ਹੋ ਰਿਹਾ ਕਿ ਹੋਊਗਾ ਕਿ ਨਹੀਂ? ਹਾਂਜੀ, ਇਹਦੇ ਬਾਰੇ ਕੱਲ ਆਪਣੇ CM ਸਾਹਿਬ ਨੇ ਦੱਸਿਆ ਕਿ ਜੋ ਕੰਪੇਨ ਇਹ ਵਾਲਾ ਦੌਰ ਹੈ, ਇਹ ਥੋੜਾ ਅਸੀਂ ਡਿਲੇ ਕਰ ਰਹੇ ਹਾਂ। 19 ਸਾਲ ਤੋਂ ਉੱਪਰ ਵਾਲਾ, 45 ਸਾਲ ਤੋਂ ਜੇ ਤੱਕ ਤੋਂ ਉੱਪਰ ਵਾਲੇ ਜਿਹੜੇ ਆ ਉਹ ਐਜ਼ ਸੱਚ ਜਿਸ ਤਰ੍ਹਾਂ ਪਹਿਲਾਂ ਹੋ ਰਿਹਾ ਸੀ ਉਹ ਚੱਲ ਰਿਹਾ। ਠੀਕ ਹੈ ਮੈਮ। ਤੇ ਤੁਸੀਂ ਹੋਰ ਕੁਝ ਕਹਿਣਾ ਚਾਹੁੰਦੇ ਹੋ? ਹਾਂਜੀ, ਮੇਰੀ ਸਾਰਿਆਂ ਨੂੰ ਔਰ ਤੁਹਾਨੂੰ ਇਹ ਬਹੁਤ ਵਧੀਆ ਜਿਹੜਾ ਕੰਮ ਕਰ ਰਹੇ ਆ ਇਹ ਗਰੀਬਾਂ ਲਈ, ਕਿਉਂਕਿ ਆਈਸੋਲੇਸ਼ਨ 'ਚ ਜਿਹੜੇ ਮਰੀਜ਼ ਆਉਂਦੇ ਆ ਉਹਨਾਂ ਨੂੰ ਕਈ ਵਾਰੀ ਡਰਦੇ ਲੋਕ ਉਹਨਾਂ ਦੇ ਘਰ ਦੇ ਵੀ ਖਾਣਾ ਨਹੀਂ ਸਮੇਂ ਸਿਰ ਪਹੁੰਚਾਉਂਦੇ। ਜੀ ਹਾਂ, ਅਸੀਂ ਕੱਲ ਪਰਸੋਂ ਇੱਕ ਦੇਖਿਆ, ਤੁਸੀਂ ਸ਼ਾਇਦ ਵੀਡੀਓ ਤੁਸੀਂ ਦੇਖਿਆ ਹੋਵੇ, ਇੱਕ ਨੌਂ ਨੇ ਆਪਣੀ ਸੱਸ ਲਈ ਦਰਵਾਜ਼ਾ ਨਹੀਂ ਖੋਲ੍ਹਿਆ, ਹਾਲਾਂਕਿ ਉਹਦੀ ਰਿਪੋਰਟ ਵੀ ਨੈਗੇਟਿਵ ਆ ਗਈ ਸੀ, ਬਟ ਉਹਨੂੰ ਫਿਰ ਵੀ ਘਰ ਦੇ ਅੰਦਰ ਐਂਟਰ ਨਹੀਂ ਹੋਣ ਦਿੱਤਾ। ਇਹੋ ਜਿਹੀਆਂ ਜਿਹੜੀਆਂ ਸੁਸਾਇਟੀਜ਼ ਹੈ, ਇਹਨਾਂ ਵਰਗਿਆਂ ਦੀ ਸਾਨੂੰ ਬਹੁਤ ਲੋੜ ਹੈ ਕਿ ਸਾਡਾ ਡਾਕਟਰਾਂ ਦਾ ਤਾਂ ਹੈ ਹੀ ਜੋ ਉਹਨਾਂ ਦੇ ਪ੍ਰਤੀ ਜੋ ਕੰਮ ਹੈ ਅਸੀਂ ਕਰ ਰਹੇ ਹਾਂ, ਪਰ ਇਹੋ ਜਿਹੀ ਸੁਸਾਇਟੀਆਂ ਅੱਗੇ ਆਉਣਗੀਆਂ। ਔਰ ਮੈਂ ਹੋਰ ਵੀ ਲੋਕਾਂ ਨੂੰ ਇਹ ਅਪੀਲ ਕਰਦੀ ਹਾਂ ਕਿ ਉਹ ਇਹਨਾਂ ਦਾ ਵੀ ਸਾਥ ਦੇਣ ਤਾਂ ਕਿ ਅਸੀਂ ਲੋਕਾਂ ਦੀ ਸੇਵਾ ਕਰ ਸਕੀਏ। ਠੀਕ ਹੈ ਮੈਮ। ਇਹ ਸੀ ਜੀ ਸਾਡੇ ਨਾਲ SMO ਮਨਦੀਪ ਕੌਰ, ਤੇ ਇਹਨਾਂ ਨਾਲ ਤੁਸੀਂ ਅੱਜ ਵਿਚਾਰ ਸਾਂਝੇ ਕੀਤੇ ਜੀ। ਤੇ ਸਤਿ ਸ਼੍ਰੀ ਅਕਾਲ, ਤੁਸੀਂ ਆਪਣਾ ਕੰਮ ਖੋਲ੍ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਰਸੋਈ ਨਵਾਂ ਸ਼ਹਿਰ ਤੋਂ ਜੋ ਸੇਵਾ ਸ਼ੁਰੂ ਕੀਤੀ ਗਈ ਆ, ਅੱਜ ਸਾਡੇ ਪਿੰਡ ਕਾਮਾ ਵਿਖੇ ਸਰਦਾਰ ਨਿਰਮਲ ਸਿੰਘ ਜੀ ਦੇ ਗ੍ਰਹਿ ਵਿਖੇ ਆ ਕੇ ਉਹਨਾਂ ਨੇ ਟਿਫਨ ਸੇਵਾ ਸ਼ੁਰੂ ਕੀਤੀ ਗਈ ਹੈ, ਦਿੱਤਾ ਗਿਆ ਹੈ। ਰੋਟੀ ਪਾਣੀ ਦਾ ਬੰਦੋਬਸਤ ਸਾਰਾ ਕਰਕੇ ਸੇਵਾ ਕੀਤੀ ਗਈ ਹੈ। ਮੈਂ ਇਹਨਾਂ ਦਾ ਰਸੋਈ, ਗੁਰੂ ਕੀ ਰਸੋਈ ਵਾਲੇ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ, ਜਿਨ੍ਹਾਂ ਨੇ ਸਾਡੇ ਪਿੰਡ ਆ ਕੇ ਇਸ ਗਰੀਬ ਬੇਆਸਰੇ ਜਿਹੜੇ ਸੀਗੇ ਸਰਦਾਰ ਨਿਰਮਲ ਸਿੰਘ ਜੀ ਨਾਲ ਦੀ ਸੇਵਾ ਕੀਤੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਜੀ ਹਰਪ੍ਰੀਤ ਸਿੰਘ ਆ ਜੀ। ਮੈਂ ਗੱਡੀਆਂ ਦਾ ਕੰਮ ਕਰਦਾ ਜੀ। ਸਰਦਾਰ ਅਮਰੀਕ ਸਿੰਘ ਜੀ ਅੰਕਲ ਉਹਨਾਂ ਨੇ ਮੇਰੇ ਤੋਂ ਗੱਡੀ ਠੀਕ ਕਰਾਉਂਦੇ ਹੁੰਦੇ ਸੀਗੇ ਜੀ, ਤੇ ਇਹਨਾਂ ਨੇ ਨਵੀਂ ਟਿਫਨ ਸੇਵਾ ਸ਼ੁਰੂ ਕੀਤੀ ਸੀਗੀ ਜੀ। ਮੈਂ ਇਹਨਾਂ ਨੂੰ ਐਸੀ ਵਲੰਟੀਅਰ ਵਿੱਚ ਹਿੱਸਾ ਲਿਆ ਜੀ। ਇਹ ਸਵੇਰੇ ਟਿਫਨ ਪੈਕ ਕਰ ਦਿੰਦੇ ਆ ਜੀ, ਜਿੱਥੇ ਮੇਰੀ ਸੇਵਾ ਲੱਗਦੀ ਹੈ ਜੀ, ਜਿੱਥੇ ਘਰ ਘਰ ਵਿੱਚ ਮੈਂ ਟਿਫਨ ਪਹੁੰਚਾਉਣਾ ਵਾ ਜੀ। ਠੀਕ ਹੈ ਜੀ, ਇਹ ਆਪਣੀ ਮਨ ਦੀ ਸ਼ਾਂਤੀ ਲਈ ਅਸੀਂ ਆਪਣੀ ਸੇਵਾ ਕਰ ਰਹੇ ਹਾਂ ਜੀ। ਠੀਕ ਹੈ ਜੀ, ਇਹਦੀ ਕੋਈ ਵੀ ਆਪਾਂ ਪੈਸੇ ਨਹੀਂ ਲੈ ਰਹੇ। ਠੀਕ ਹੈ ਜੀ, ਇਹ ਸੇਵਾ ਕਰ ਰਹੇ ਹਾਂ ਜੀ। ਅਸੀਂ ਹੋਰ ਵਲੰਟੀਅਰਾਂ ਨੂੰ ਵੀ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਜਿੰਨੇ ਵੀ ਮੁੰਡੇ ਆਪਣੇ ਨੌਜਵਾਨ ਹੈਗੇ ਆ ਜੀ, ਸੇਵਾ ਕਰਨਾ ਚਾਹੁੰਦੇ ਆ, ਉਹ ਸਾਡੇ ਨਾਲ ਨਿਸ਼ਕਾਮ ਸੇਵਾ ਟਿਫਨ ਦੇ ਨਾਲ ਜੁੜਨ ਜੀ। ਵੱਧ ਤੋਂ ਵੱਧ ਜਿਹੜੇ ਘਰ ਬਜ਼ੁਰਗ ਵਾ, ਜਿਹੜੇ ਬੇਸਹਾਰਾ ਵਾ, ਉਹਨਾਂ ਨੂੰ ਟਿਫਨ ਪਹੁੰਚਾਇਆ ਜਾਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।